ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਬਹੁਤ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ ਜਿਹੜੇ ਸਮਾਜ 'ਚ ਵਿਚਰੀਦਾ, ਉਹਦੇ ਵਿੱਚ ਕਈ ਤਰ੍ਹਾਂ ਦੇ ਅਪ ਐਂਡ ਡਾਊਨ ਚੱਲਦੇ ਰਹਿੰਦੇ। ਉਹਨਾਂ ਵਿੱਚੋਂ ਇੱਕ ਵੱਡੀ ਜਿਹੜੀ ਪ੍ਰੋਬਲਮ ਹੈ, ਕਿਉਂਕਿ ਅੱਜ ਕੱਲ੍ਹ ਜਿਹੜੀ ਆਪਾਦਾਪੀ ਪਈ ਹੈ ਪੈਸਾ ਕਮਾਉਣ ਦੇ ਵਾਸਤੇ, ਫਿਰ ਆਪਾਂ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਦੇ ਸਕਦੇ। ਜਾਂ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਮੁਕਾਮ ਨੂੰ ਆਪਾਂ ਹਾਸਿਲ ਕਰਨਾ ਚਾਹੁੰਦੇ ਹਾਂ, ਅਨਫੋਰਚੂਨੇਟਲੀ ਜੇ ਉਹ ਨਹੀਂ ਟੱਚ ਕਰ ਸਕਦੇ ਆਪਣੇ ਜਿਹੜਾ ਬੈਂਚਮਾਰਕ ਹੁੰਦਾ, ਤੇ ਆਪਾਂ ਜਾਂ ਤਾਂ ਡਿਪਰੈਸ਼ਨ ਵੱਲ ਜਾਂਦੇ ਹਾਂ ਜਾਂ ਫਿਰ ਨਸ਼ੇ ਪੱਤੇ ਵੱਲ ਜਾਂਦੇ ਹਾਂ। ਇਹਨਾਂ ਚੀਜ਼ਾਂ ਨੂੰ ਲੈ ਕੇ ਉਹਦਾ ਅਗਲਾ ਪੜਾਅ ਕੀ ਹੁੰਦਾ? ਡੋਮੈਸਟਿਕ ਵਾਇਲੈਂਸ। ਜੇ ਆਪਾਂ ਵਰਲਡ ਦੇ ਰੈਕਡ ਦੀ ਗੱਲ ਕਰੀਏ ਜਾਂ ਆਪਾਂ ਆંકੜਿਆਂ ਦੀ ਗੱਲ ਕਰੀਏ ਤਾਂ ਬਹੁਤ ਡਰਾਉਣੇ ਨੇ ਦਰਸ਼ਕੋ। ਆਪਾਂ ਗੱਲ ਕਰੀਏ ਕਿ ਜੇ ਇਹ ਡੋਮੈਸਟਿਕ ਵਾਇਲੈਂਸ ਅਗੇਂਸਟ ਵੂਮੈਨ ਆ ਜਾਂ ਬੱਚੇ ਆ ਜਾਂ ਓਲਡਰਲੀ ਜਿਹੜੇ ਆਪਣੇ ਬਜ਼ੁਰਗਾਂ ਦੇ ਪ੍ਰਤੀ ਆ, ਉਹ ਦੇਖੀਏ ਤਾਂ ਕਾਫੀ ਗੱਲਾਂ ਉੱਪਰ ਕੇ ਸਾਹਮਣੇ ਆਉਂਦੀਆਂ, ਤਾਂ ਡਰ ਵੀ ਬਹੁਤ ਲੱਗਦਾ ਕਿ ਆਪਣਾ ਜਿਹੜਾ ਸਮਾਜ ਇਸ ਨਿਗਾਰ ਵੱਲ ਜਾ ਰਿਹਾ ਹੈ। ਦਰਸ਼ਕੋ, ਕਾਰਨ ਕੀ ਹੈ? ਹੋ ਸਕਦਾ ਨਸ਼ਾ ਵੀ ਇੱਕ ਕਾਰਨ ਹੋਵੇ, ਹੋ ਸਕਦਾ ਮੈਂਟਲ ਕੰਡੀਸ਼ਨ ਇੱਕ ਕਾਰਨ ਹੋਵੇ, ਹੋ ਸਕਦਾ ਜਿਹੜੀ ਘਰ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹ ਇੱਕ ਕਾਰਨ ਹੋਵੇ, ਜਿੱਥੋਂ ਬੰਦਾ ਮੈਂਟਲੀ ਅਪਸੈਟ ਹੋ ਕੇ ਇਹਨਾਂ ਚੀਜ਼ਾਂ ਵੱਲ ਵੱਧਦਾ ਆ। ਆਪਾਂ ਗੱਲ ਕਰ ਰਹੇ ਹਾਂ ਡੋਮੈਸਟਿਕ ਵਾਇਲੈਂਸ ਦੀ, ਔਰ ਇਹਦੇ ਕਈ ਰੂਪ ਨੇ, ਚਾਹੇ ਉਹ ਅਗੇਂਸਟ ਵੂਮੈਨ ਆ, ਚਾਹੇ ਅਗੇਂਸਟ ਚਿਲਡਰਨ ਆ, ਅਗੇਂਸਟ ਐਲਡਰਲੀ ਜਿਹੜੇ ਆਪਣੇ ਬਜ਼ੁਰਗ ਜਿਹੜੇ ਘਰਾਂ 'ਚ ਰਹਿੰਦੇ ਉਹ ਆ। ਪਰ ਇਹਦਾ ਉਸ ਤੋਂ ਅਗਲਾ ਪੜਾਅ ਇਹ ਹੁੰਦਾ ਕਿ ਇਹਦੇ ਰਿਜ਼ਲਟ ਕੀ ਨਿਕਲਦੇ ਨੇ। ਘਰ ਟੁੱਟਦੇ ਨੇ ਜਾਂ ਫਿਰ ਬੱਚੇ ਆਊਟ ਆਫ ਕੰਟਰੋਲ ਹੁੰਦੇ, ਜਾਂ ਫਿਰ ਭਾਵਨਾਵਾਂ ਇੰਨੀਆਂ ਵੱਧ ਜਾਂਦੀਆਂ ਦੁਵੇਸ਼ ਨਾਲ ਕਿ ਲੋਕ ਖੁਦਕੁਸ਼ੀ ਤੱਕ, ਯਾਨੀ ਕਿ ਸੁਸਾਈਡ ਤੱਕ ਵੀ ਸੋਚ ਲੈਂਦੇ ਨੇ। ਇਹਨਾਂ ਸਾਰੀਆਂ ਅੱਜ ਕੱਲ੍ਹ ਖਾਸ ਕਰਕੇ ਜੇ ਆਪਾਂ ਇੰਡੀਆ ਸਬ ਕੰਟੀਨੈਂਟ ਦੀ ਗੱਲ ਕਰੀਏ ਤਾਂ ਉੱਥੇ ਹਾਲਾਤ ਕਾਫੀ ਬੱਤਰ ਬਣ ਰਹੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਡੋਮੈਸਟਿਕ ਵਾਇਲੈਂਸ ਆ, ਇਹ ਕਿਉਂ ਹੁੰਦਾ ਆ, ਕੀ ਕੀਤਾ ਜਾਣਾ ਚਾਹੀਦਾ ਇਹਨੂੰ ਰੋਕਥਾਮ ਵਾਸਤੇ, ਅਤੇ ਅੱਗੇ ਜਿਹੜਾ ਪ੍ਰਭਾਵ ਬੱਚਿਆਂ 'ਤੇ ਪੈਂਦਾ ਉਹ ਕੀ। ਇਹਨਾਂ ਸਾਰੀਆਂ ਗੱਲਾਂ ਨੂੰ ਝਾਤ ਪਾਉਣ ਲਈ ਆਪਣੇ ਨਾਲ ਬਣੇ ਡਾਕਟਰ ਹਰਸ਼ਿੰਦਰ ਕੌਰ ਜੀ, ਪਹਿਲਾਂ ਨਾਲ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ 'ਤੇ। ਸਤਿ ਸ਼੍ਰੀ ਅਕਾਲ। ਤੇ ਜਿੰਨੇ ਵੀ ਸੁਣ ਰਹੇ ਨੇ ਜਸ ਪੰਜਾਬੀ, ਸਾਰੇ ਹੀ ਸਰੋਤਿਆਂ ਨੂੰ, ਬਜ਼ੁਰਗਾਂ ਨੂੰ, ਭੈਣਾਂ ਨੂੰ, ਵੀਰਾਂ ਨੂੰ, ਬੱਚਿਆਂ ਨੂੰ, ਸਭਨਾਂ ਨੂੰ ਬਹੁਤ ਨਿੱਘੀ ਫਤਿਹ ਤੇ ਉਹਨਾਂ ਦੇ ਪਿਆਰ ਸਤਿਕਾਰ ਲਈ ਬਹੁਤ ਧੰਨਵਾਦ, ਕਿਉਂਕਿ ਉਹ ਪ੍ਰੋਗਰਾਮ ਨੂੰ ਸਲਾਉਂਦੇ ਵੀ ਨੇ, ਸੁਨੇਹੇ ਵੀ ਦਿੰਦੇ ਨੇ, ਟੈਲੀਫੋਨ ਵੀ ਕਰਦੇ ਨੇ। ਮੈਂ ਸਿਰਫ ਇਸ ਲਈ ਖਿਮਾ ਮੰਗਦੀ ਹਾਂ ਕਿ ਅਸੀਂ ਲਾਈਵ ਨਹੀਂ ਅੱਜ ਕੱਲ੍ਹ ਕਰ ਸਕ ਰਹੇ, ਕਿਉਂਕਿ ਉਹ ਡਿਊਟੀ ਦੇ ਟਾਈਮਿੰਗਸ, ਕਿਉਂਕਿ ਤੁਹਾਡੇ ਟਾਈਮ ਉੱਧਰ ਵੱਖਰੇ, ਸਾਡੇ ਵੱਖਰੇ ਹੋ ਜਾਂਦੇ ਨੇ। ਸੋ ਇਸ ਕੋਸ਼ਿਸ਼ ਕਰਾਂਗੇ ਇੱਕ ਅੱਧਾ ਦਿਨ ਤੁਹਾਨੂੰ ਲਾਈਵ ਲੈ ਕੇ ਆਉਣ ਦੀ। ਡਾਕਟਰ ਸਾਹਿਬ, ਆਪਾਂ ਬਹੁਤ ਸੋਹਣਾ ਤੁਸੀਂ ਦੱਸਿਆ ਕਿ ਸਰੋਤੇ ਬਹੁਤ ਪਿਆਰ ਦੇ ਰਹੇ ਨੇ ਪ੍ਰੋਗਰਾਮ ਨੂੰ। ਡਾਕਟਰ ਸਾਹਿਬ, ਆਪਣਾ ਅੱਜ ਵਿਸ਼ਾ ਹੈਗਾ ਡੋਮੈਸਟਿਕ ਵਾਇਲੈਂਸ। ਇਹਦੇ ਰਿਜ਼ਲਟ ਕੀ ਹੁੰਦੇ ਨੇ, ਬੱਚਿਆਂ ਦੇ ਉੱਤੇ ਕੀ ਅਸਰ ਪੈਂਦਾ ਆ। ਪਹਿਲਾਂ ਮੈਂ ਇਹਦੀ ਝਾਤ ਮਾਰਨਾ ਚਾਹੁੰਦਾ ਕਿ ਇਹ ਸ਼ੁਰੂ ਕਿੱਥੋਂ ਹੁੰਦੀ ਹੈ? ਜਦੋਂ ਪਰਿਵਾਰ ਦੇ ਵਿੱਚ ਆਹ ਚੀਜ਼ਾਂ ਵੱਧਦੀਆਂ ਨੇ, ਉਹ ਸ਼ੁਰੂਆਤ ਕਿੱਥੋਂ ਹੁੰਦੀ ਹੈ? ਉੱਥੋਂ ਸ਼ੁਰੂ ਕਰੋ ਜੀ। ਦੇਖੋ, ਅਸੀਂ ਕੰਮਕਾਰਾਂ ਵਿੱਚ ਰੁੱਝੇ ਹੋਏ ਜਿਸ ਤਰੀਕੇ ਦੇ ਮਾਹੌਲ ਵਿੱਚ ਇੱਕ ਦੂਜੇ ਨੂੰ ਮਾੜਾ ਮੋਟਾ ਉੱਚਾ ਨੀਵਾਂ ਕਹਿ ਦੇਣਾ, ਜਾਂ ਕਿਸੇ ਨੂੰ ਮਾੜਾ ਕਮੈਂਟ ਕਰ ਦੇਣਾ, ਜਾਂ ਉਹਨਾਂ ਦੇ ਪੇਰੈਂਟਸ ਨੂੰ ਕੁਝ ਆਪਸ ਵਿੱਚ ਅਸੀਂ ਕੁਝ ਕਹਿ ਦੇਣਾ, ਅਸੀਂ ਸਮਝਦੇ ਹਾਂ ਕਿ ਇਹ ਹੈ ਹੀ ਨਹੀਂ ਡੋਮੈਸਟਿਕ ਵਾਇਲੈਂਸ, ਸਿਰਫ ਮਾਰਨਾ ਕੁੱਟਣਾ ਹੀ ਹੁੰਦਾ। ਜਦਕਿ ਸਾਰੀ ਇਸ ਵਿੱਚ ਸ਼ਾਮਲ ਨੇ। ਡੋਮੈਸਟਿਕ ਵਾਇਲੈਂਸ ਵਿੱਚ ਕਿਸੇ ਨੂੰ ਮੈਂਟਲ ਟਾਰਚਰ ਵੀ ਕਰਨਾ ਓਨਾ ਹੀ ਮਾੜਾ ਗਿਣਿਆ ਜਾਂਦਾ ਕਾਨੂੰਨਨ। ਤੇ ਦੂਜੀ ਗੱਲ, ਅਸੀਂ ਆਮ ਸੋਚਦੇ ਹਾਂ ਕਿ ਵਿਕਸਿਤ ਮੁਲਕਾਂ ਵਿੱਚ ਇਹ ਚੀਜ਼ ਨਹੀਂ ਹੈ। ਮੈਂ ਸ਼ੁਰੂ ਹੀ ਉੱਥੋਂ ਕਰਨਾ ਚਾਹਾਂਗੀ, ਕਿਉਂਕਿ ਇਹ ਵਿਸ਼ਾ ਇਸੇ ਲਈ ਚੁਣਿਆ ਗਿਆ ਸੀ ਕਿ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਕੁਝ ਵਾਰਨਿੰਗ ਸਾਈਨਸ ਜਾਰੀ ਕੀਤੇ ਨੇ, ਜੋ ਕਿ ਮੇਰਾ ਖਿਆਲ ਸਭ ਸਮਝਦੇ ਨੇ ਕਿ ਭਾਰਤ ਵਿੱਚ ਇਹੋ ਜਿਹੇ ਅੰਕੜੇ ਸੰਭਵ ਹੀ ਨਹੀਂ, ਕਿਉਂਕਿ ਕੋਈ ਇਹ ਮਾਰ ਕੁਟਾਈ ਨੂੰ ਅਸੀਂ ਗਿਣਦੇ ਹੀ ਨਹੀਂ ਕਿ ਇਹ ਹੈ ਜਾਂ ਇਹ ਡੋਮੈਸਟਿਕ ਵਾਇਲੈਂਸ ਗਿਣਿਆ ਜਾਣਾ। ਉਹ ਪੁਸ਼ਤ ਦਰ ਪੁਸ਼ਤ ਸੋਚਦੀਆਂ ਆਉਂਦੀਆਂ ਨੇ ਔਰਤਾਂ, ਇਹੀ ਕੁਝ ਹੋਣਾ, ਤੇ ਜੇ ਨਹੀਂ ਸਹਿਣਾ ਆਪਸ ਕੁੱਟਮਾਰ ਕਰ ਲਓ, ਨਹੀਂ ਤਾਂ ਇਹੀ ਤੁਰੀ ਜਾਣਾ। ਸੋ ਇਹੋ ਜਿਹਾ ਨਾਰਮਲ ਗਿਣ ਲਿਆ ਗਿਆ ਕਿ ਅਸੀਂ ਓਨੇ ਮਾਨਸਿਕ ਰੋਗੀ ਨਹੀਂ ਪੈਦਾ ਕਰ ਰਹੇ। ਪਰ ਜਿੰਨੇ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਜ਼ਿਕਰ ਕੀਤਾ ਕਿ ਅਮਰੀਕਾ ਦੇ ਵਿੱਚ ਇਸ ਵੇਲੇ 15 ਮਿਲੀਅਨ ਤੋਂ ਵੱਧ ਬੱਚੇ ਨੇ ਜਿਨ੍ਹਾਂ ਨੇ ਇੱਕ ਵਾਰ ਡੋਮੈਸਟਿਕ ਵਾਇਲੈਂਸ ਹੁੰਦੀ ਦੇਖੀ, ਤੇ ਲਗਭਗ ਦੁੱਗਣੇ ਨੇ ਜਿਨ੍ਹਾਂ ਨੇ ਕਈ ਵਾਰ ਹੁੰਦੀ ਦੇਖੀ। ਹਾਂਜੀ, ਇਹ ਜਿਹੜੇ ਆંકੜੇ ਜਨਵਰੀ 2021 ਦੇ ਆ। ਹਾਂਜੀ ਡਾਕਟਰ ਸਾਹਿਬ, ਜਨਵਰੀ 2021 ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਜੋ ਦੱਸਦੇ ਨੇ। ਤੇ ਫਿਰ ਇੰਟਰਸਟਿੰਗ ਚੀਜ਼ ਇਹ ਹੈ ਕਿ ਸੀਰੀਅਲ ਰੇਪਿਸਟ
ਜਾਂ ਜਿਹੜੇ ਨਾਬਾਲਗ ਬੱਚਿਆਂ ਵੱਲੋਂ ਹਥਿਆਰਾਂ ਦੀ ਜੋ ਕੀਤੀ ਗਈ ਵਰਤੋਂ, ਨਸ਼ੇ ਦੀ ਵਰਤੋਂ ਕੀਤੀ ਗਈ, ਜਾਂ ਮਾੜੀ ਸ਼ਬਦਾਵਲੀ ਵਰਤਣ ਵਾਲੇ ਜਾਂ ਅੜਬ ਨਾ ਆਖੇ ਲੱਗਣ ਵਾਲੇ, ਇਸ ਤਰ੍ਹਾਂ ਦੇ ਜਿਹੜੇ ਬੱਚਿਆਂ ਦੀ ਜਦੋਂ ਪਿੱਛੇ ਹਿਸਟਰੀ ਲਈ ਗਈ ਤਾਂ ਉਹਨਾਂ 'ਚ 100% ਵਿੱਚ ਇੱਕੋ ਹੀ ਚੀਜ਼ ਸਾਹਮਣੇ ਆਈ ਕਿ ਉਹਨਾਂ ਨੇ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੁੰਦੀ ਦੇਖੀ ਸੀ। ਸੋ ਇਹ ਸੀ ਜਿਸ ਕਰਕੇ ਇਹ ਰਿਸਰਚ ਸਾਹਮਣੇ ਲਿਆਣੀ ਪਈ ਕਿ ਡੋਮੈਸਟਿਕ ਵਾਇਲੈਂਸ ਵਿੱਚ ਅਸੀਂ ਸੋਚ ਲੈਂਦੇ ਆ ਕਿ ਅਸੀਂ ਆਪਸ ਵਿੱਚ ਬੋਲੇ ਤੇ ਕੀ ਫਰਕ ਪਿਆ, ਪਰ ਉਹ ਜੋ ਘਰ ਵਿੱਚ ਪਲ ਰਿਹਾ ਬੱਚਾ ਜਿਹਦਾ ਮਾਂ ਦੇ ਢਿੱਡ ਤੋਂ ਲੈ ਕੇ ਫਿਰ ਪਹਿਲੇ 6 ਮਹੀਨੇ ਜਦੋਂ ਅਸੀਂ ਸੋਚਦੇ ਹਾਂ ਕਿ ਬੱਚਾ ਤਾਂ ਇਹਨੂੰ ਕੀ ਸਮਝ ਆ ਪਿਆ, ਦੇ ਕਿਵੇਂ ਪਰਮਾਨੈਂਟ ਡੈਮੇਜ ਦਿਮਾਗ ਵਿੱਚ ਹੁੰਦੀ ਹੈ, ਕਿਵੇਂ ਅੱਗੋਂ ਟੌਡਲਰਸ ਦੇ ਵਿੱਚ, ਕਿਵੇਂ ਅੱਗੋਂ ਫਿਰ 5 ਸਾਲ ਦੇ ਬੱਚੇ 'ਚ, ਕਿਵੇਂ 8 ਸਾਲ ਦੇ, ਹਰ ਉਮਰ ਵਿੱਚ ਵੱਖ ਅਸਰ ਵੇਖਣ ਨੂੰ ਮਿਲੇ ਨੇ। ਪਰ ਇਹ ਅੰਕੜੇ ਡਰਾਉਂਦੇ ਨੇ ਕਿ ਜੇ ਕੋਈ ਮਾਨਸਿਕ ਰੋਗੀ ਬੱਚਾ ਬਣ ਗਿਆ, ਨਾਬਾਲਗ ਜੋ ਸੀਰੀਅਲ ਰੇਪਿਸਟ ਬਣ ਗਿਆ ਜਾਂ ਸੀਰੀਅਲ ਕਿਲਰ ਬਣ ਗਿਆ ਜਾਂ ਜੋ ਡਰੱਗਸ ਵੱਲ ਪੈ ਗਿਆ ਜਾਂ ਹਥਿਆਰਾਂ ਵੱਲ ਪੈ ਗਿਆ ਜਾਂ ਗੁੰਡਾਗਰਦੀ ਵੱਲ ਜਾ ਰਿਹਾ, ਆਖੇ ਨਹੀਂ ਲੱਗ ਰਿਹਾ, ਤਾਂ ਮਤਲਬ ਸਾਡੇ ਅੰਦਰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਏ ਕਿ ਇਸ ਨੂੰ ਬਣਾਉਣ ਵਾਲੇ ਅਸੀਂ ਆ। ਇਹਦੇ ਵਿੱਚ 2-3 ਚੀਜ਼ਾਂ ਜੋ ਧਿਆਨ ਸਾਡਾ ਜਿੱਧਰ ਜਾਣਾ ਚਾਹੀਦਾ ਉਹ ਇਹ ਕਿ ਆਮ ਸੋਚਿਆ ਜਾਂਦਾ ਕਿ ਮਾਂ ਦੇ ਢਿੱਡ 'ਚ ਕੀ ਫਰਕ ਪੈਣਾ, ਜੇ ਅਸੀਂ ਗਾਲਾਂ ਗੂਲਾਂ ਕੱਢ ਵੀ ਲੀਆਂ, ਔਖੇ ਸੀ, ਬਾਹਰੋਂ ਦਫ਼ਤਰੋਂ ਆਪਣਾ ਗੁੱਸਾ ਬਾਹਰਲਾ ਘਰ ਲੈ ਆਏ ਆ ਤੇ ਇੱਥੇ ਸਾਰਾ ਕੱਢ ਲਿਆ। ਸੋ ਉਹ ਜਿਹੜਾ ਗੁੱਸਾ ਜੇ ਦੋਨੋਂ ਵਰਕਿੰਗ ਹੈ ਤਾਂ ਫਿਰ ਹੋਰ ਵੀ ਥੋੜਾ ਜ਼ਿਆਦਾ ਇਹ ਜੰਗ ਦਾ ਰੂਪ ਇਖਤਿਆਰ ਕਰ ਸਕਦਾ। ਪਰ ਉਸ ਝਗੜੇ ਦੇ ਵਿੱਚ ਜਿਹਨੂੰ ਅਸੀਂ ਕਈ ਵਾਰ ਨਾਰਮਲੀ ਗਿਣਦੇ ਆ, ਮਾਂ ਦੇ ਢਿੱਡ ਬੈਠਾ ਬੱਚਾ ਜੋ ਕਿ ਉੱਚੀ ਆਵਾਜ਼ ਜਿਹੜੀ ਅਸੀਂ ਸੋਚਦੇ ਹਾਂ ਉਹਦੇ ਤੱਕ ਨਹੀਂ ਪਹੁੰਚਦੀ ਪਿਓ ਦੀ, ਪਰ ਮਾਂ ਦੇ ਜੋ ਰਿਐਕਸ਼ਨਸ ਨੇ ਉਹ ਸਾਰੇ ਪਹੁੰਚਦੇ ਨੇ ਉਹਨੂੰ। ਮਿਸਾਲ ਵਜੋਂ ਧੜਕਣ ਤੇਜ਼ ਹੋਣੀ, ਕਿਉਂਕਿ ਉਹ ਬੈਠਾ ਹੀ ਉਸ ਯੂਟਰਸ ਦੇ ਵਿੱਚ ਮਾਂ ਦੇ ਕੋਲ ਐਨ ਉਹਦੇ ਦਿਲ ਦੇ ਨਾਲ ਪਿਆ, ਸੋ ਉਹਨੂੰ ਸਾਰਾ ਉਹ ਜਾਂਦਾ ਹੈ ਅੰਦਰ। ਫਿਰ ਮਾਂ ਵੱਲੋਂ ਰੋਣਾ ਜਾਂ ਮਾਂ ਚੀਕ ਕੇ ਗੱਲ ਕਰਨੀ, ਸੋ ਉਹਦੀ ਘਾਟ, ਉਹਦੀ ਧੜਕਣ ਦੀ ਗੜਬੜੀ, ਇਹ ਸਾਰੇ ਜੋ ਉਹਨੂੰ ਫੀਚਰਸ ਨੇ, ਮਾਂ ਉਹਨੂੰ ਬੱਚੇ ਨੂੰ ਢਿੱਡ ਦੇ ਅੰਦਰ ਹੀ ਪਹੁੰਚਦੇ ਨੇ। ਸੋ ਉਹਦੀ ਵੀ ਧੜਕਣ ਤੇਜ਼ ਵੀ ਹੋ ਸਕਦੀ ਹੈ, ਇੱਕਦਮ ਰੁਕ ਵੀ ਸਕਦੀ ਹੈ। ਸੋ ਉਹ ਸਹਿਮ ਦੇ ਅੰਦਰ ਪੇਟ ਅੰਦਰ ਬੈਠ ਜਾਂਦਾ ਮਾਂ ਦੇ, ਤੇ ਕਈ ਵਾਰ ਉਹਦੇ ਓਨੇ ਸਮੇਂ ਲਈ ਉਹਦੇ ਦਿਮਾਗ ਦੇ ਸੈੱਲ ਗਰੋ ਨਹੀਂ ਕਰਦੇ, ਜੋ ਬਾਅਦ ਵਿੱਚ ਕਈ ਵਾਰ ਸਾਡੇ ਔਟਿਜ਼ਮ ਜਾਂ ਇਹੋ ਜਿਹੀਆਂ ਬਿਮਾਰੀਆਂ ਬਾਅਦ ਵਿੱਚ ਵੀ ਸਾਹਮਣੇ ਆ ਸਕਦੀਆਂ ਨੇ। ਉਹਦੀ ਬੱਚੇ ਦਾ ਪੂਰਾ ਮਾਨਸਿਕ ਵਿਕਾਸ ਤਾਂ ਹੁੰਦਾ ਹੀ ਨਹੀਂ, ਪਰ ਸਰੀਰਕ ਵਿਕਾਸ ਵੀ ਫਰਕ ਪੈ ਸਕਦਾ ਹੈ, ਪ੍ਰੀਮੈਚੁਰ ਹੋ ਸਕਦਾ ਹੈ, ਮਾਂ ਦੇ ਢਿੱਡ ਅੰਦਰ ਉਹ ਮਰ ਵੀ ਸਕਦਾ ਹੈ। ਯਾਨੀ ਇੰਨੀ ਸੀਰੀਅਸ ਚੀਜ਼ ਅਸੀਂ ਇਹਨੂੰ ਗਿਣਦੇ ਹਾਂ ਅਜੇ ਸਿਰਫ ਮਾਂ ਦੇ ਢਿੱਡ ਅੰਦਰ। ਬਾਕੀ ਏਜ ਦੀ ਗੱਲ ਕਰਕੇ ਜ਼ਰੂਰ ਕਿ ਏਜ ਵਾਈਜ਼ ਕੀ ਇਫੈਕਟਸ ਪੈਂਦੇ ਨੇ। ਏਜ ਵਾਈਜ਼ ਤੇ ਡਾਕਟਰ ਸਾਹਿਬ ਆਪਾਂ ਬਾਅਦ ਚ ਆਉਂਦੇ ਹਾਂ, ਪਹਿਲਾਂ ਮੈਨੂੰ ਇਹ ਦੱਸੋ ਕਿ ਜਿੱਦਾਂ ਤੁਸੀਂ ਗੱਲ ਕੀਤੀ ਸੀ, ਮੈਂ ਦਰਸ਼ਕਾਂ ਨਾਲ ਕਲੀਅਰ ਕਰਦਾ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਅਗੇਂਸਟ ਵੂਮਨ ਹੁੰਦੀ ਹੈ ਜਾਂ ਡੋਮੈਸਟਿਕ ਵਾਇਲੈਂਸ ਅਗੇਂਸਟ ਮੈਨ ਵੀ ਹੁੰਦੀ ਹੈ, ਆਈ ਡੋਂਟ ਨੋ ਇਨ ਇੰਡੀਆ ਕੀ ਸਿਚੁਏਸ਼ਨ ਹੈ, ਇੱਥੇ ਵੀ ਕੇਸ ਹੁੰਦੇ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਅਗੇਂਸਟ ਮੈਨ, ਜਿਹੜੇ ਸ਼ਰੀਫ ਬੰਦੇ ਹੁੰਦੇ ਆ ਉਹ ਵੀ ਇਹਨਾਂ ਚੀਜ਼ਾਂ ਦੇ ਸ਼ਿਕਾਰ ਹੁੰਦੇ ਆ। ਆਪਾਂ ਉਹਨੂੰ ਵੀ ਛੱਡ ਦਿੰਦੇ ਹਾਂ, ਆਪਾਂ ਛੱਡ ਦਿੰਦੇ ਹਾਂ ਵੂਮਨਸ ਦੇ ਅਗੇਂਸਟ, ਕਿਉਂਕਿ ਜੇ ਉਹ ਆਪਾਂ ਸਬਜੈਕਟ ਛੇੜਿਆ ਤਾਂ ਪੂਰਾ ਦਾ ਪੂਰਾ ਪ੍ਰੋਗਰਾਮ ਉੱਤੇ ਲੱਗ ਜਾਏਗਾ। ਉਹਨੂੰ ਇੱਕ ਵਾਰ ਛੱਡ ਆਪਾਂ ਗੱਲ ਕਰ ਰਹੇ ਹਾਂ ਸਿਰਫ ਬੱਚਿਆਂ ਦੇ, ਤੇ ਬਾਅਦ ਦੇ ਵਿੱਚ ਉਹ ਕਿੱਦਾਂ ਦੇ ਬਣਦੇ ਆ। ਤੁਸੀਂ ਗੱਲ ਕੀਤੀ ਕਿ ਜਦੋਂ ਉਹ ਮਾਂ ਦੇ ਪੇਟ ਵਿੱਚ ਹੁੰਦਾ ਆ ਤੇ ਉਦੋਂ ਜੋ ਇਮੋਸ਼ਨਸ ਮੈਂਟਲੀ ਮਾਂ ਜਿਹੜੀ ਆ ਉਹ ਗੁਜ਼ਰ ਰਹੀ ਹੁੰਦੀ ਆ, ਉਹਦਾ ਇਫੈਕਟ ਉਹਦੇ ਉੱਤੇ ਪੈ ਜਾਂਦਾ। ਤਾਂ ਇਹਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਡਾਕਟਰ ਸਾਹਿਬ, ਕਿ ਉਹਦੀ ਜਿਹੜੀ ਗਰੋਥ ਹੈ ਬੱਚੇ ਦੀ ਫਿਜ਼ੀਕਲੀ ਵੀ ਤੇ ਮੈਂਟਲੀ ਵੀ, ਕਿ ਇਹਨਾਂ ਚੀਜ਼ਾਂ ਜਦੋਂ ਉਹ ਆ ਜਾਂਦਾ ਦੁਨੀਆ ਦੇ ਉੱਤੇ, ਉਹ ਆ ਜਿਹੜੀ ਡੋਮੈਸਟਿਕ ਵਾਇਲੈਂਸ ਜਿਹੜੀ ਉਹਨੇ ਮਾਂ ਦੇ ਪੇਟ ਵਿੱਚ ਰਹਿ ਕੇ ਸੁਣੀ ਹੁੰਦੀ ਹੈ, ਜਦੋਂ ਪੈਦਾ ਹੋ ਜਾਂਦਾ ਆ ਉਸ ਤੋਂ ਬਾਅਦ ਜੋ ਕੰਟੀਨਿਊ ਰਹਿੰਦੀ ਹੈ ਤਾਂ ਕੀ ਫਰਕ ਪੈਂਦਾ, ਜੇ ਬੰਦ ਵੀ ਹੋ ਜਾਂਦੀ ਜਿਹੜੀ ਉਹਨੇ ਅੰਦਰ ਸੁਣ ਲਈ ਹੁੰਦੀ ਹੈ ਉਹਦਾ ਕੀ ਉਹਦੇ ਉੱਤੇ ਫਰਕ ਪੈਂਦਾ ਜੀ? ਜੀ ਪਹਿਲਾਂ ਜਿਵੇਂ ਤੁਹਾਡੇ ਮੈਂ ਅੰਕੜੇ ਕਲੀਅਰ ਕਰਦੇ ਹਾਂ ਕਿ ਸਾਡੇ ਕੋਲ ਇਸ ਵੇਲੇ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ ਨੇ, ਅਰਾਊਂਡ ਅਬਾਊਟ 70% ਜਿੱਥੇ ਉਹ ਕਹਿੰਦੇ ਨੇ ਕਿ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਜਿਨ੍ਹਾਂ ਵਿੱਚ ਉਹਨਾਂ ਨੇ ਵਰਲਡ ਓਵਰ ਕਿਹਾ, ਕਲੀਅਰ ਲਫ਼ਜ਼ ਕਿਹਾ ਵੀ ਆਲ ਓਵਰ ਦੀ ਵਰਲਡ, ਕੋਈ ਇੱਕ ਵੀ ਥਾਂ ਦੁਨੀਆ ਭਰ 'ਚ ਅਜਿਹੀ ਨਹੀਂ ਜਿੱਥੇ ਡੋਮੈਸਟਿਕ ਵਾਇਲੈਂਸ ਨਾ ਰਿਪੋਰਟ ਹੋਈ ਹੋਵੇ। ਤਾਂ ਉਹਦੇ ਵਿੱਚ
ਜੋ 70% ਦੇ ਨੇੜੇ ਤੇੜੇ ਅੰਕ ਨੇ 5% ਨੇ ਸਿਰਫ ਜਿਹੜੇ ਵੂਮਨ ਵੱਲੋਂ ਕੀਤੇ ਜਾ ਰਹੇ ਨੇ, 65% ਹੈ ਜਿੱਥੇ ਮੇਲ ਡੋਮੀਨੇਟਡ ਸੁਸਾਇਟੀ ਵਿੱਚ ਘਰ ਵਿੱਚੋਂ ਪਿਓ ਵੱਲੋਂ ਕੀਤੇ ਜਾ ਰਹੇ ਨੇ। ਸੋ ਇਹ ਅੰਕੜੇ ਹੀ ਸਾਨੂੰ ਦੱਸਦੇ ਨੇ, ਭਾਵੇਂ ਦੋਨੋਂ ਪਾਸੇ ਨੂੰ ਕਹੀਏ, ਪਰ ਇੱਕ ਪਾਸਾ ਕੁਝ ਇੰਨਾ ਕੁ ਜ਼ਿਆਦਾ ਹੈ ਕਿ ਉਹ ਪਾਸੇ ਵੱਲ ਧਿਆਨ ਜ਼ਿਆਦਾ ਕਰਨਾ ਪੈਂਦਾ ਹੈ। ਹੁਣ ਦੂਸਰੀ ਗੱਲ ਕਿ ਜਿਹੜਾ ਛੋਟਾ ਬੱਚਾ ਜੰਮਿਆ, ਕਿਉਂਕਿ ਇਹੋ ਜਿਹੀ ਵਾਇਲੈਂਸ ਜਿੱਥੇ ਮਾਰ ਕੁਟਾਈ ਹੋ ਰਹੀ ਹੈ, ਚੀਕਾਂ ਮਾਰੀਆਂ ਜਾ ਰਹੀਆਂ, ਉਹ ਕੋਈ ਟੈਂਪਰੇਰੀ ਨਹੀਂ ਹੁੰਦੀ ਕਿ 4 ਦਿਨ 'ਚ ਹੋ ਜਾਏ, ਕਿਉਂਕਿ ਉਹਦੇ ਪਿੱਛੇ ਇੱਕ ਡੂੰਘੀ ਗੱਲ ਹੁੰਦੀ ਹੈ ਕਿ ਬਹੁਤੀਆਂ ਲੱਭਿਆ ਗਿਆ ਕਿ ਪਿਤਾ ਸ਼ਰਾਬ ਦੇ ਨਸ਼ੇ ਹੇਠ ਵੀ ਇਸ ਤਰ੍ਹਾਂ ਕਰਦਾ, ਜਾਂ ਫਿਰ ਡਰੱਗ ਦੇ ਹੇਠ ਵੀ, ਜਾਂ ਫਿਰ ਉਹਦੇ ਕੁਝ ਯਾਨੀ ਉਸ ਟੱਬਰ ਤੋਂ ਬਾਹਰ ਸੰਬੰਧ ਹੁੰਦੇ ਨੇ, ਉਹ ਆਪਣੀ ਵਾਈਫ ਨੂੰ ਲਾਈਕ ਕਰਦਾ, ਇਹਨੂੰ ਕੱਢਣਾ। ਸੋ ਇਸ ਤਰ੍ਹਾਂ ਦੇ ਕਈ ਕਾਰਨ ਨੇ ਜਿਨ੍ਹਾਂ ਵਿੱਚ ਇਹ ਡੋਮੈਸਟਿਕ ਵਾਇਲੈਂਸ ਤੁਰਦੀ ਰਹਿੰਦੀ ਹੈ, ਰੁਕਦੀ ਨਹੀਂ। ਹੁੰਦਾ ਕਿ ਜਿਹੜਾ ਛੋਟਾ ਜੰਮਿਆ ਬੱਚਾ ਜੋ ਕਿ ਪਹਿਲੇ 6 ਮਹੀਨੇ ਵਿੱਚ ਉਹਦੇ ਚ ਰਿਫਲੈਕਸ ਯਾਨੀ ਉਹ ਇੱਕਦਮ ਤਰਬਕ ਕੇ ਤੇ ਫਿਰ ਉੱਥੇ ਹੀ ਟਿਕ ਕੇ ਦੇਖਦੇ ਰਹਿਣਾ, ਲਗਾਤਾਰ ਦੁੱਧ ਪੀਣਾ ਇੱਕਦਮ ਛੱਡ ਦੇਣਾ, ਕੰਬਣ ਲੱਗ ਜਾਣਾ, ਤਰੈਣਾ ਕਿ ਰੱਤੀ ਇੱਕ ਭਾਂਡਾ ਵੀ ਕਿਤੇ ਖੜਕਿਆ ਹੋਵੇ ਤੇ ਉਹ ਇੱਥੇ ਹੀ ਜ਼ੋਰ-ਜ਼ੋਰ ਦੀ ਚੀਕਾਂ ਮਾਰ ਕੇ ਰੋਣ ਲੱਗ ਜਾਣਾ, ਜਾਂ ਬਿਲਕੁਲ ਹੀ ਸਹਿਮ ਕੇ ਪੂਰਾ ਚੁੱਪ ਹੋ ਕੇ ਸੁੰਗੜ ਕੇ ਪੈ ਜਾਣਾ। ਇਸ ਤਰ੍ਹਾਂ ਦੇ ਨੇ ਜਿਹੜੇ ਬੱਚੇ ਦੇ ਵਿੱਚ ਉਦੋਂ ਦਿਸਦੇ ਨੇ, ਜਿਨ੍ਹਾਂ ਨੂੰ ਅਸੀਂ ਸ਼ਾਇਦ ਧਿਆਨ ਨਹੀਂ ਦਿੰਦੇ ਕਿ ਛੋਟਾ ਹੈ ਬੱਚਾ ਤੇ ਠੰਡ ਲੱਗ ਗਈ ਜਾਂ ਗਰਮੀ ਹੋ ਗਈ, ਇਹਨੂੰ ਇਸ ਤਰ੍ਹਾਂ ਕਰ ਦਿਓ, ਪਛਾਣਦੇ ਹੀ ਨਹੀਂ ਫੀਚਰ। ਜਿਵੇਂ 6 ਮਹੀਨੇ ਤੋਂ ਤਾਂ ਥੋੜਾ ਹੁੰਦਾ ਜੇ ਕਿ ਬੱਚਾ ਉਸ ਵੇਲੇ ਆਵਾਜ਼ਾਂ ਕੱਢਣ ਲੱਗਾ, ਤਾਂ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਕਿ ਡਿਲੇਡ ਸਪੀਚ। ਬਹੁਤ ਆਮ ਹੈ ਕਿ ਬੱਚਾ ਜੀ ਸਾਡਾ ਬੋਲਿਆ ਨਹੀਂ, ਇਹ ਸਾਨੂੰ ਦਿਮਾਗ 'ਚ ਵੀ ਨਹੀਂ ਹੁੰਦਾ ਕਿ ਅਸੀਂ ਸ਼ਾਊਟਿੰਗ ਕੀਤੀ ਸੀ। ਤੇ ਇਹ ਬੱਚਾ ਜੋ ਪਰੇ ਬੈਠਾ, ਜਿਹਦਾ ਹਾਰਡ ਡਿਸਕ ਅਜੇ ਖਾਲੀ ਹੈ, ਜਿਹਦੇ ਦਿਮਾਗ ਨੇ ਸਿਰਫ ਸਾਰੀਆਂ ਚੀਜ਼ਾਂ ਸਮਾਉਣੀਆਂ, ਕਿਹੜੇ-ਕਿਹੜੇ ਸ਼ਬਦ ਜੋ ਅਸੀਂ ਅਪਸ਼ਬਦ ਬੋਲਦੇ ਆ, ਉਹ ਸਾਰੇ ਦੇ ਸਾਰੇ ਕਿਵੇਂ ਉਹਦੀ ਹਾਰਡ ਡਿਸਕ 'ਚ ਪੱਕੀ ਤੌਰ ਤੇ ਫਿੱਟ ਹੋ ਰਹੇ ਨੇ। ਤਾਂ ਇਹ ਦਾਸ਼ਤ ਬਣ ਰਹੀ ਹੈ ਉਸ ਸਮੇਂ ਜਿੱਥੇ ਸਭ ਕੁਝ ਉਹਨੇ ਚੀਕਾਂ ਮਾਰਨੀਆਂ, ਉਹ ਕੋਈ ਚੀਜ਼ਾਂ ਚੁੱਕ ਕੇ ਮਾਰਨੀਆਂ, ਦਰਵਾਜ਼ੇ ਉੱਚੀ ਉੱਚੀ ਠਾ ਮਾਰਨੇ, ਜਾਂ ਇਹ ਮਾਰ ਕੁਟਾਈ ਦੇ ਵਿੱਚ ਇਹ ਸਾਰਾ ਕੁਝ ਉਸਨੇ ਆਪਣੇ ਦਿਮਾਗ ਅੰਦਰ ਫਿੱਟ ਕਰਕੇ ਸਿਰਫ ਅਜੇ ਜਾਂ ਸਮਾਉਣ ਦੇ ਨਾਲ ਇੱਕ ਹੋਰ ਉਹਦੇ ਅੰਦਰ ਡਿਵੈਲਪ ਹੁੰਦੀ ਹੈ ਚੀਜ਼ ਕਿ ਦੋ ਧਿਰ ਹੁੰਦੇ ਨੇ, ਇੱਕ ਧਿਰ ਜਿਹੜੀ ਇਹ ਵਾਇਲੈਂਸ ਕਰ ਰਹੀ ਹੈ ਤੇ ਦੂਜੀ ਹੈ ਜਿਹੜੀ ਸਹਿ ਰਹੀ ਹੈ। ਸੋ ਉਹਦੀ ਜੋ ਕੁਦਰਤੀ ਦਿੱਤੀ ਹੁੰਦੀ ਹੈ ਕਿ ਜੇ ਬੱਚਾ 1.5 ਸਾਲ 2 ਸਾਲ 2.5 ਸਾਲ ਜਾਂ ਇਸ ਉਮਰ 'ਚ ਜਾਂਦਾ, ਜੋ 2 ਤੋਂ 5 ਸਾਲ ਦਾ ਬੱਚਾ, ਉਹਦੀ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਿ ਜਿਹੜਾ ਸਹਿ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ। ਤੇ ਉਹਦੇ 'ਚ ਉਹ ਆਪ ਕੁੱਟ ਵੀ ਖਾ ਲੈਂਦਾ ਤੇ ਮਾਂ ਦੇ ਹੱਥ ਚੁੱਕਿਆ ਜਾ ਰਿਹਾ, ਸੋਟੀਆਂ ਮਾਰ ਰਿਹਾ ਜਾਂ ਕੁਛ ਉਹਨੂੰ ਭਾਂਡੇ ਵੱਜੇ ਹੈ, ਤਾਂ ਉਹ ਪਹਿਲਾਂ ਉਹਦੇ ਵੱਲ ਬਚਾਉਣ ਨੂੰ ਜਾਂਦਾ ਹੈ, ਫਿਰ ਉਹ ਰੋਕਣ ਦੀ ਕੋਸ਼ਿਸ਼ ਕਰਦਾ ਜੋ ਕਿ ਉਹ ਐਡਾ ਛੋਟਾ ਹੁੰਦਾ, ਕਰ ਨਹੀਂ ਸਕਦਾ, ਉਸ ਨਤੀਜੇ 'ਚ ਉਹਨੂੰ ਮਾਰ ਵੀ ਪੈ ਜਾਂਦੀ ਹੈ। ਡਾਕਟਰ ਸਾਹਿਬ ਤੁਸੀਂ ਬਹੁਤ ਸੋਹਣਾ ਐਲੈਬੋਰੇਟ ਕੀਤਾ, ਮੈਂ ਦਰਸ਼ਕਾਂ ਨਾਲ ਕਲੀਅਰ ਕਰਦਾ ਕਿ ਤੁਸੀਂ ਆਹ ਬੜੀ ਪਤੇ ਦੀ ਗੱਲ ਕੀਤੀ ਕਿ ਜਿਹੜਾ ਬੱਚਾ ਡੋਮੈਸਟਿਕ ਵਾਇਲੈਂਸ ਫੀਲ ਕਰ ਰਿਹਾ ਹੁੰਦਾ ਮਾਂ ਦੇ ਪੇਟ 'ਚ, ਫਿਰ ਉਹ ਜਦੋਂ ਜਨਮ ਲੈ ਲੈਂਦਾ ਉਸ ਤੋਂ ਬਾਅਦ ਉਹਦੀ ਜਿਹੜੀ ਸਪੀਚ ਹੈ, ਜਿਹੜੀ ਉਹ ਬੋਲਣਾ ਬਹੁਤ ਲੇਟ ਲੱਗਦਾ। ਆਪਾਂ ਧਾਰਨਾਵਾਂ ਹੋਰ ਕਈ ਤਰ੍ਹਾਂ ਦੀਆਂ ਜੋ ਪੰਜਾਬ ਜਾਂ ਇੰਡੀਆ ਦੇ ਵਿੱਚ ਹੈਗੀਆਂ ਬਣਾ ਲੈਂਦੇ ਹਾਂ, ਪਰ ਉਹਦੇ ਜਿਹੜਾ ਮਾਨਸਿਕ ਪਟਲ ਹੈ ਉਹਦੇ ਉੱਤੇ ਕੁਛ ਅਸਰ ਇਸ ਚੀਜ਼ ਦਾ ਪਿਆ ਹੁੰਦਾ ਕਿ ਉਹ ਸੋਚਦਾ ਕਿ ਮੈਂ ਕੀ ਬੋਲਾਂ ਅਤੇ ਕੀ ਨਾ ਬੋਲਾਂ। ਮਤਲਬ ਕਿ ਉਹਦਾ ਜਿਹੜਾ ਦਿਮਾਗ ਹੈ ਉਹ ਇਸੇ ਚੀਜ਼ 'ਚ ਪਿਆ ਰਹਿੰਦਾ ਆ ਕਿ ਕੋਈ ਜੇ ਮੈਂ ਕੁਛ ਬੋਲਿਆ ਤਾਂ ਕੋਈ ਉਹ ਚੀਜ਼ ਨਾ ਦੁਹਰਾ ਦਿੱਤੀ ਜਾਵੇ। ਇਹ ਉਹਦਾ ਛੋਟਾ ਜਿਹਾ ਦਿਮਾਗ ਸੋਚਦਾ ਰਹਿੰਦਾ ਔਰ ਆਉਣ ਵਾਲੇ 2-3 ਸਾਲਾਂ 'ਚ ਉਹਦੀ ਕੀ ਮਾਨਸਿਕ ਸਥਿਤੀ ਹੁੰਦੀ ਹੈ ਤੇ ਆਪਾਂ ਚਰਚਾ ਜ਼ਰੂਰ ਕਰਾਂਗੇ। ਆਪਾਂ ਰੁਕਣਾ ਪਰ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲੇ ਤੋਂ, ਬਹੁਤ ਸੋਹਣਾ ਐਲੈਬੋਰੇਟ ਕਰ ਰਹੇ ਡੋਮੈਸਟਿਕ ਵਾਇਲੈਂਸ ਦਾ ਕੀ ਉਹਦੇ ਉੱਤੇ ਬੱਚੇ ਦੀ ਜਿਹੜੀ ਹੈ ਗਰੋਥ ਦੇ ਉੱਤੇ ਕੀ ਫਰਕ ਪੈਂਦਾ ਆ। ਆਪਾਂ ਰੁਕਣਾ ਪਰ ਇੱਕ ਛੋਟੀ ਜਿਹੀ ਬ੍ਰੇਕ ਲਈ। ਦੇ ਬਣੇ ਰਹੋ ਜਸ ਪੰਜਾਬੀ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਬਣੇ ਹੋਏ ਮਾਣਯੋਗ ਡਾਕਟਰ ਹਰਸ਼ਿੰਦਰ ਕੌਰ ਜੀ। ਡਾਕਟਰ ਸਾਹਿਬ ਆਪਾਂ ਬਹੁਤ ਸੋਹਣਾ ਪਹਿਲਾਂ ਗੱਲ ਤੁਸੀਂ ਕੀਤੀ ਸੀਗੀ ਜੋ ਬੱਚੇ ਦੀ ਜਨਮ ਹੁੰਦਾ ਤਾਂ ਉਸ ਤੋਂ ਬਾਅਦ ਉਹਦੀ ਸਪੀਚ 'ਚ ਦੇਰੀ ਹੋਣੀ ਜਾਂ ਫਿਰ ਉਹਦੀ ਜਿਹੜੀ ਮਾਨਸਿਕ ਸਥਿਤੀ ਆ ਉੱਤੇ ਕੀ ਅਸਰ ਪੈਂਦਾ ਹੈ। ਹੁਣ ਐਜ਼ ਉਹਦੀ ਏਜ ਪ੍ਰੋਗਰੈਸ ਕਰਦੀ ਆ, ਵੱਡਾ ਹੁੰਦਾ, ਉਹਦੇ ਵਿੱਚ ਹੋਰ ਕੀ ਕਮੀਆਂ ਦੇਖਣ ਨੂੰ ਮਿਲਦੀਆਂ ਕਿ ਜਿਹੜੀ ਉਹਦੀ ਹੈਲਥ ਆ
ਉਹਦੇ ਉੱਤੇ ਹੋਰ ਵੀ ਕੋਈ ਅਸਰ ਪੈਂਦੇ ਆ ਤੇ ਗਰੋਥ ਦੇ ਵਿੱਚ ਵੀ ਕੋਈ ਅਸਰ ਪੈਂਦੇ ਆ ਤੇ ਫਿਰ ਲੇਟਰ ਔਨ ਜਦੋਂ ਜਵਾਨ ਹੋ ਜਾਂਦਾ ਆ ਉਹਦੀ ਉਸ ਵੇਲੇ ਜਿਹੜੀ ਸੋਚਣੀ ਹੁੰਦੀ ਆ ਉਹ ਕਿੱਥੇ ਤੱਕ ਲਿਮਿਟ ਕਰਦੀ ਹੈ? ਪਹਿਲੀ ਚੀਜ਼ ਤਾਂ ਜਿਹੜੀ ਇਸ ਫੈਮਿਲੀ ਦੇ ਬੱਚੇ ਹੁੰਦੇ ਨੇ, ਇਹ ਸਪਸ਼ਟ ਹੋਵੇ ਕਿ ਉਹ ਲਾਈਫ ਲੌਂਗ ਸਕਾਰਡ ਹੁੰਦੇ ਨੇ। ਹੂੰ ਇਹ ਨਹੀਂ ਹੈ ਕਿ ਉਹਨਾਂ ਨੇ ਉਮਰ ਦੇ ਨਾਲ ਠੀਕ ਹੋ ਜਾਣਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਡਿਵੈਲਪਿੰਗ ਬ੍ਰੇਨ ਵਿੱਚ ਪਰਮਾਨੈਂਟ ਡੈਮੇਜ ਕੀਤਾ ਹੈ ਅਸੀਂ। ਹੂੰ ਹੂੰ ਸੋ ਉਹ, ਜਿਵੇਂ ਮੈਂ ਪਹਿਲਾਂ ਆਪਾਂ ਸ਼ੁਰੂ ਹੀ ਕੀਤਾ ਸੀ ਕਿ ਸੀਰੀਅਲ ਰੇਪਿਸਟ ਤੱਕ ਬਣ ਜਾਣ ਦਾ ਮਤਲਬ ਹੈ ਉਹਨਾਂ ਨੂੰ ਜੋ ਹੁਣ 2 ਤੋਂ 5 ਸਾਲ ਦੇ ਵਿੱਚ ਜੋ ਸ਼ੁਰੂ ਹੁੰਦਾ ਜੇ ਕਿ ਬੱਚਾ ਪਜਾਮੀ ਗਿੱਲੀ ਕਰਨ ਲੱਗ ਜਾਏਗਾ, ਵਿੱਚੇ ਹੀ ਯੂਰਿਨ ਪਾਸ ਕਰਨ ਲੱਗ ਜਾਂਦਾ ਹੈ, ਜਾਂ ਉਹ ਅਲੱਗ ਰਹਿਣਾ ਪਸੰਦ ਕਰਦਾ ਹੈ, ਕੋਈ ਘਰ ਵਿੱਚ ਆਇਆ ਤੇ ਦੌੜ ਕੇ ਪਰਦੇ ਪਿੱਛੇ ਲੁਕੇਗਾ, ਯਾਨੀ ਕਿਸੇ ਨੂੰ ਮਿਲਣ ਗਿਲਣ ਤੋਂ ਡਰਦਾ ਹੈ ਕਿ ਇਹਦੇ ਵਿੱਚ ਮੈਨੂੰ ਪਤਾ ਨਹੀਂ ਉਹੀ ਵਾਇਲੈਂਸ ਕਿਸੇ ਥਾਂ ਤੇ ਨਾ ਹੋ ਜਾਏ, ਕੋਈ ਮੈਨੂੰ ਝਿੜਕ ਨਾ ਦਵੇ। ਹੂੰ ਸਕੂਲ ਦੇ ਹੈਂਡਰਾਈਟਿੰਗ ਖਰਾਬ ਹੋਣੀ ਸ਼ੁਰੂ ਹੋ ਸਕਦੀ ਹੈ, ਸਟਟਰਿੰਗ ਸ਼ੁਰੂ ਹੋ ਜਾਂਦੀ ਹੈ, ਬੋਲ ਇੱਕਦਮ ਨਹੀਂ ਸਕਦਾ, ਅੜਨ ਲੱਗ ਜਾਂਦਾ ਹੈ। ਹੂੰ ਹੂੰ ਸੋ ਪਹਿਲਾਂ ਡਿਲੇਡ ਸਪੀਚ ਸੀ, ਉੱਥੇ ਹੁਣ ਬੋਲਦਾ ਬੋਲਦਾ ਇੱਕਦਮ ਅੜਨ ਲੱਗ ਜਾਣਾ, ਤੇ ਅਸੀਂ ਸਿਰਫ ਇਹੀ ਸੋਚਦੇ ਹਾਂ ਵੀ ਇਹਨੂੰ ਥੱਪੜ ਹੀ ਇੱਕ ਮਾਰਿਆ ਸੀ, ਕੀ ਐਡੀ ਵੱਡੀ ਗੱਲ ਹੋ ਗਈ। ਇਹ ਖਿਆਲ ਹੀ ਨਹੀਂ ਹੁੰਦਾ ਕਿ ਅੱਜ ਦਾ ਥੱਪੜ ਨਹੀਂ, ਇਹ ਪਿਛਲੇ 5 ਤੋਂ, ਬਲਕਿ ਮਾਂ ਦੇ ਢਿੱਡ ਤੋਂ ਹੀ ਜਿਹੜੀ ਇਹ ਚੱਲ ਰਹੀ ਚੀਜ਼ ਸੀ, ਉਸੇ ਨੇ ਹੀ ਇਹ ਅਲਟੀਮੇਟਲੀ ਇਫੈਕਟ ਦੱਸਿਆ ਇਸ ਏਜ ਦੇ ਅਕੋਰਡਿੰਗ, ਕਿਉਂਕਿ ਦਿਮਾਗ ਦੇ ਬਹੁਤ ਸਾਰੇ ਜੋ ਉਹਨਾਂ ਨੇ ਕੰਮ ਕਰਨੇ ਹੁੰਦੇ ਆ ਵੱਖੋ ਵੱਖ ਉਮਰ ਤੇ ਆ ਕੇ ਦਿਸਦੇ ਨੇ ਕਿ ਇਸ ਸਮੇਂ ਇਹਦੀ ਹੁਣ ਯਾਦਦਾਸ਼ਤ ਕਮਜ਼ੋਰ ਹੋ ਰਹੀ ਹੈ, ਇਹ ਚੀਜ਼ ਪੜ੍ਹ ਰਿਹਾ, ਰਿਟੇਨ ਨਹੀਂ ਕਰ ਸਕ ਰਿਹਾ, ਫਿਰ ਇਹ ਸਕੂਲ ਦੇ ਵਿੱਚ ਦੋਸਤਾਂ ਨਾਲ ਨਹੀਂ ਮਿਲਦਾ ਪਿਆ, ਜਾਂ ਘਰੋਂ ਭੱਜਣਾ ਪਸੰਦ ਕਰਦਾ ਹੈ, ਜਦੋਂ ਖਾਣੇ ਦਾ ਟਾਈਮ ਆਉਂਦਾ ਹੈ ਪਰਾਂ ਚਲਾ ਜਾਂਦਾ ਹੈ, ਨਾਲ ਨਹੀਂ ਬੈਠਦਾ, ਇੱਕੋ ਹੀ ਚੈਪਟਰ ਯਾਦ ਕਰਨ ਲੱਗਿਆ ਕਈ ਕਈ ਚਿਰ ਲਾ ਦਿੰਦਾ, ਉਸੇ ਹੀ ਪੇਜ ਤੇ ਅੜਿਆ ਰਹਿੰਦਾ, ਅੱਗੇ ਨਹੀਂ ਜਾ ਰਿਹਾ। ਸੋ ਇਹ ਹੈਂਡਰਾਈਟਿੰਗ 'ਚ ਗੜਬੜੀ, ਜਾਂ ਸਟਟਰਿੰਗ, ਜਾਂ ਪਜਾਮੀ 'ਚ ਪਿਸ਼ਾਬ ਕਰਨਾ, ਇਕੱਲਾ ਰਹਿਣਾ, ਡਰਨਾ, ਤਰਬਕਣਾ, ਘਬਰਾਣਾ, ਇੱਕਦਮ ਰੋਣ ਲੱਗ ਜਾਣਾ, ਬਾਹਰ ਨਾ ਨਿਕਲਣ ਦਾ ਦਿਲ ਕਰਨਾ, ਜਾਂ ਮਾਂ ਦੀ ਗੋਦ 'ਚ ਹੀ ਚਿਪਕੇ ਰਹਿਣਾ, ਇਹ ਸਾਰੇ ਲੱਛਣ ਨੇ ਜੋ ਦੱਸਦੇ ਨੇ ਕਿ ਇਹਦੇ ਉੱਤੇ ਅਸਰ ਪੈ ਗਿਆ। ਬੜੀ ਇੰਟਰਸਟ ਦੱਸ ਰਹੀ ਹਾਂ ਕਿ ਇਹਨਾਂ ਦੀ ਲੌਂਗ ਟਰਮ ਸਟੱਡੀ ਸਿਰਫ ਇੱਥੇ ਤੱਕ ਸੀਮਤ ਨਹੀਂ ਹੁੰਦੀ, ਜੇ ਆਪਾਂ ਅਡਲਟਸ ਤੱਕ ਦੀ, ਅਜੇ ਵਿਚਲੇ ਗੱਲ ਕਰਾਂਗੇ 8 ਸਾਲ ਦਾ ਬੱਚੇ ਕੀ ਕਰਦੇ ਨੇ, ਪਰ ਜਦੋਂ ਅਡਲਟ ਤੱਕ ਇਹਨੂੰ ਫੋਲੋ ਅਪ ਕੀਤਾ ਗਿਆ ਤਾਂ ਦੇਖਣ ਵਿੱਚ ਆਇਆ ਕਿ ਇਹ ਬੱਚੇ, ਭਾਵੇਂ ਬੇਟੀਆਂ ਹੋਣ ਭਾਵੇਂ ਬੇਟੇ ਹੋਣ, ਡਿਪਰੈਸ਼ਨ ਦੇ ਸ਼ਿਕਾਰ ਬਾਕੀਆਂ ਨਾਲੋਂ 10 ਟਾਈਮਸ ਵੱਧ ਹੁੰਦੇ ਨੇ। ਇਹਨਾਂ ਵਿੱਚ ਵੀ ਇਸੇ ਤਰ੍ਹਾਂ 10 ਟਾਈਮਸ ਜ਼ਿਆਦਾ ਹੁੰਦੀਆਂ ਨੇ, ਤੇ 10 ਟਾਈਮਸ ਹੀ ਜ਼ਿਆਦਾ ਇਹ ਵੀ ਵਾਇਲੈਂਸ ਕਰਦੇ ਨੇ। ਇਹ ਤਿੰਨੋਂ ਆਮ ਨਾਲੋਂ 10 ਟਾਈਮਸ ਵੱਧ ਨੇ, ਡਿਪਰੈਸ਼ਨ ਵੀ, ਸੁਸਾਈਡਲ ਟੈਂਡੈਂਸੀਜ਼, ਤੇ ਆਪ ਵੀ ਇਸੇ ਤਰ੍ਹਾਂ ਘਰ ਵਿੱਚ ਮਾਰ ਕੁਟਾਈ ਕਰਨੀ। ਇਹਨਾਂ ਵਿੱਚ ਹੀ ਵੇਖਣ ਵਿੱਚ ਆਇਆ, ਕਿਉਂਕਿ ਇਹ ਕੰਟੀਨਿਊਸ ਲੌਂਗ ਟਰਮ ਸਟ੍ਰੈਸ ਸੀ, ਇਹਨਾਂ 'ਚ ਡਾਇਬਟੀਜ਼, ਓਬੈਸਿਟੀ, ਹਾਰਟ ਡਿਜ਼ੀਜ਼ਜ਼, ਪੂਅਰ ਸੈਲਫ ਐਸਟੀਮ ਵਰਗੀਆਂ ਚੀਜ਼ਾਂ ਇਹਨਾਂ ਵਿੱਚ ਕਾਫੀ ਵੱਧ ਦਿਸੀਆਂ। ਅਡਲਟ ਏਜ ਦੀ ਗੱਲ ਕਰ ਰਹੀ ਹਾਂ ਇਹ, ਯਾਨੀ ਇੰਨਾ ਲੌਂਗ ਟਰਮ ਇਫੈਕਟ ਦੱਸ ਰਿਹਾ। ਹੁਣ ਜੇ 8 ਸਾਲ ਦੇ ਬੱਚੇ ਤੇ ਮੈਂ ਆਵਾਂ ਤਾਂ ਉਸ ਉਮਰ ਵਿੱਚ, ਕਿਉਂਕਿ ਉਸ ਤੋਂ ਹੇਠਾਂ 5 ਸਾਲ ਦੀ ਉਮਰ 'ਚ ਬੱਚਾ ਇੱਕ ਆਪਣਾ ਹੀਰੋ ਆਇਡੈਂਟੀਫਾਈ ਕਰ ਰਿਹਾ ਹੁੰਦਾ ਹੈ ਕਿ ਕੌਣ ਹੈ ਜਿਹੜਾ ਜ਼ੋਰਦਾਰ ਹੈ ਘਰ ਵਿੱਚ, ਕੌਣ ਦਮ ਵਾਲਾ ਹੈ। ਤਾਂ ਜੇ ਉਹ ਫਾਦਰ ਵੱਲੋਂ ਇਸ ਤਰ੍ਹਾਂ ਦੀ ਵਾਇਲੈਂਸ ਹੁੰਦੀ ਹੋਏ ਤਾਂ ਇਨੀਸ਼ੀਅਲ ਉਹ ਮਦਰ ਨੂੰ ਬਚਾਉਣ ਵੱਲ ਲੱਗਿਆ ਹੋਵੇ, ਜੋ ਕਿ ਉਹਦੀ ਕੁਦਰਤੀ ਟੈਂਡੈਂਸੀ ਜੋ ਪਹਿਲਾਂ ਡਿਵੈਲਪ ਹੁੰਦੀ ਹੈ। ਪਰ ਜਿਵੇਂ ਜਿਵੇਂ ਏਜ ਵਧਣੀ ਹੈ, ਉਹਦੇ ਮਨ ਵਿੱਚ ਹੀਰੋ ਇਹੀ ਹੋਏਗਾ ਕਿ ਇਹ ਹੁੰਦੀ ਜੇ ਅਸਲ ਪਾਵਰ, ਕਿ ਦੂਜੇ ਨੂੰ ਹੈ ਕਿਵੇਂ, ਯਾਨੀ ਉਹਨੂੰ ਨੀਵਾਂ ਵਿਖਾਉਣਾ ਹੈ, ਕਿਵੇਂ ਉਹਨੂੰ ਬੋਲਣ ਤੋਂ ਰੋਕ ਦੇਣਾ, ਆਪਣੀ ਚੌਧਰ ਕਿਵੇਂ ਦਿਖਾਣੀ ਹੈ। ਸੋ ਉਹ ਇਸ ਤਰੀਕੇ ਦਾ ਆਪਣਾ ਮਾਨਸਿਕ ਜਿਹੜਾ ਵਿਗੜਿਆ ਹੋਇਆ ਸੰਤੁਲਨ ਨੂੰ ਇਸ ਤਰੀਕੇ ਆਪਣੇ ਉਹ ਸੁਧਾਰ ਲੈਂਦਾ ਹੈ ਕਿ ਮੈਂ, ਉਹ ਭਾਵੇਂ ਹੁਣ ਬੇਟੀ ਹੈ ਤਾਂ ਉਹ ਵਾਇਲੈਂਸ ਕਰੇਗੀ, ਬੇਟਾ ਹੈ ਤਾਂ ਉਹ ਵੀ ਵਾਇਲੈਂਸ ਇਸੇ ਤਰ੍ਹਾਂ ਕਰੇਗਾ। ਹੁਣ ਇਹਦੇ 'ਚ ਇੱਕ ਇੰਪੋਰਟੈਂਟ ਨੁਕਤਾ ਹੈ ਕਿ ਇਹਨਾਂ ਵਿੱਚ ਵਾਇਲੈਂਸ ਕਿਉਂਕਿ ਬੱਚਿਆਂ ਨਾਲ ਵੀ ਹੋਈ ਹੁੰਦੀ ਹੈ, ਤੇ ਉਹਨਾਂ ਦੇ ਵਿੱਚ ਵੀ ਜੇ ਸ਼ਰਾਬ ਜਾਂ ਨਸ਼ੇ ਅਧੀਨ ਹੋਏ, ਬਹੁਤ ਵੱਡੀ ਗਿਣਤੀ ਨੇ 37 to 41% ਬੱਚੀਆਂ ਜਾਂ ਬੱਚੇ ਜਿਹੜੇ ਸਰੀਰਕ ਸ਼ੋਸ਼ਣ ਵੀ ਸਹਿੰਦੇ ਨੇ, ਸੈਕਸੁਅਲ ਅਬਿਊਜ਼ ਵੀ ਨਾਲੋਂ ਨਾਲ ਉਹਨਾਂ ਨਾਲ ਹੁੰਦੀ ਜੇ। ਸੋ ਉਹ ਚੀਜ਼ ਭੁੱਲੀਏ ਜਿਹੜੀ ਅੱਗੋਂ ਸਮਾਜ ਨਾਲ ਦੁਸ਼ਮਣੀ ਦਾ ਇਰਾਦਾ ਲੈ ਕੇ ਇਹ ਬੱਚੇ ਜਵਾਨ ਹੁੰਦੇ ਨੇ, ਜਿਨ੍ਹਾਂ 'ਚ 8 ਸਾਲ ਦੇ ਬੱਚੇ ਜਾਂ ਤਾਂ ਘਰੋਂ ਭੱਜ ਜਾਂਦੇ ਨੇ ਕਿ ਮੈਂ ਹੋਰ ਬਰਦਾਸ਼ਤ ਹੀ ਨਹੀਂ ਕਰਨਾ। ਸੋ ਇਹ ਹੁੰਦੇ ਜਿਹੜੇ ਅਸੀਂ
ਦੇਖਦੇ ਹਾਂ ਫਿਰ ਚਾਈਲਡ ਲੇਬਰ ਵੱਲ ਜਾਂ ਸੈਕਸ ਅਬਿਊਜ਼ ਵੱਲ, ਜਾਂ ਤੁਸੀਂ ਸਰਹੱਦੋਂ ਪਾਰ ਜਿਨ੍ਹਾਂ ਨੂੰ ਤਸਕਰੀ ਦੇ ਰਾਹੀਂ ਲਿਜਾਇਆ ਜਾਂਦਾ, ਉਹ ਗਿਰੋਹ ਵੀ ਨੇ ਜਿਹੜੇ ਦੇਖਦੇ ਨੇ ਕਿ ਇਸ ਤਰ੍ਹਾਂ ਦੇ ਬੱਚੇ ਨਿਕਲੇ, ਇਹਨਾਂ ਨੂੰ ਲੈ ਜਾਈਏ, ਜਿਨ੍ਹਾਂ ਨੇ ਵਾਪਸ ਵੀ ਜਾਣਾ ਨਹੀਂ ਪਸੰਦ ਕਰਦੇ ਪਏ ਤੇ ਇੱਥੋਂ ਕੱਢ ਲਏ ਜਾਣ। ਸੋ ਇਸੇ ਲਈ ਬੜੀ ਵੱਡੀ ਗਿਣਤੀ ਉਹ ਬੱਚੇ ਵੀ ਨੇ ਜਿਹੜੇ ਇਸ ਵੇਲੇ ਵਾਪਸ ਮਿਲਦੇ ਹੀ ਨਹੀਂ, ਪਰਮਾਨੈਂਟਲੀ ਗੁੰਮ ਹੋ ਚੁੱਕੇ ਨੇ। ਉਹ ਇਹ ਵੀ ਨੇ ਜਿਹੜੇ ਅਲਟੀਮੇਟਲੀ ਫਿਰ ਤੁਸੀਂ ਸਮਝ ਹੀ ਸਕਦੇ ਹੋ ਕਿ ਇਹਨਾਂ ਤੋਂ ਨਸ਼ੇ ਦਾ ਕੰਮ ਵੀ ਕਰਵਾਇਆ ਜਾਣਾ, ਗੁੰਡਾਗਰਦੀ ਕੰਮ ਕਰਾਣਾ, ਤੇ ਫਿਰ ਇਹ ਸਾਰੇ ਜੋ ਮਾੜੇ ਧੰਦੇ ਨੇ ਉਹ ਸਾਰੇ ਇਹਨਾਂ ਰਾਹੀਂ ਹੀ ਕਰਾਏ ਜਾਂਦੇ ਨੇ। ਹੁਣ ਇਸੇ ਦਾ ਦੂਸਰਾ ਪੱਖ ਜਿਹੜੇ ਦੌੜਦੇ ਨਹੀਂ, ਯਾਨੀ ਜੀ ਉਹ ਜੀ ਜੀ ਜਿਹੜੇ ਬਿਲਕੁਲ ਡਰੇ ਜਾਂ ਦੱਬੂ ਬਣ ਗਏ, ਜਾਂ ਜਿਨ੍ਹਾਂ ਨਾਲ ਸੈਕਸੁਅਲ ਅਬਿਊਜ਼ ਵੀ ਹੋਈ, ਜੋ ਕਿ ਹੁਣ ਇੱਕ ਤਰੀਕੇ ਨਾਲ ਨਕਾਰਾ ਪਰਸਨੈਲਿਟੀ ਬਣ ਚੁੱਕੀ ਹੋਈ ਹੈ, ਜਿਸਨੇ ਕਦੇ ਵੀ ਕੁਝ ਨਹੀਂ ਅੱਗੋਂ ਅਚੀਵ ਕਰ ਸਕਣਾ। ਸੋ ਇਹ ਨੌਨ ਅਚੀਵਰਸ ਵਾਲੇ ਪਾਸੇ ਜਾਂਦੇ ਨੇ, ਜਿਹੜੇ ਥਤਲਾਉਣ ਵੀ ਲੱਗ ਸਕਦੇ ਨੇ, ਕੋਈ ਮੈਂਟਲੀ ਸਿੱਕ ਵੀ ਹੋ ਜਾਂਦੇ ਨੇ, ਕੋਈ ਰੋਗ ਪਾਲ ਲੈਂਦੇ ਨੇ, ਸਾਈਕੈਟ੍ਰਿਕ ਹੋ ਜਾਂਦੇ ਨੇ। ਸੋ ਇਹ ਉਹ ਬੰਦੇ ਨੇ ਜਿਹੜੇ ਤੁਸੀਂ ਸੜਕਾਂ ਤੇ ਫਿਰ ਘੁੰਮਦੇ ਫਿਰਦੇ ਦਿਸਦਾ ਵੀ ਇਹ ਨਹੀਂ ਨਾਰਮਲ ਰਿਹਾ, ਕੋਈ ਟ੍ਰੀਟਮੈਂਟ ਵੀ ਕਰਾਉਣ ਵਾਲਾ ਨਹੀਂ, ਇਸ ਤਰੀਕੇ ਦੇ ਵੀ ਬਣ ਜਾਂਦੇ ਨੇ। ਜਾਂ ਉੱਪਰ ਜਾਈਏ ਜਿੱਥੇ ਬੱਚਾ ਜਵਾਨ ਹੋ ਗਿਆ, ਯਾਨੀ ਹੁਣ ਤੁਸੀਂ 10 ਤੋਂ 16 ਜਾਂ 18 ਵਰਿਆਂ ਤੱਕ ਦੇ ਬੱਚੇ, ਜਿੱਥੇ ਆਈਡੈਂਟੀਟੀ ਉਹਨਾਂ ਦੀ ਬਣਨੀ ਹੈ, ਆਈਡੈਂਟੀਟੀ ਕ੍ਰਾਈਸਿਸ ਦੇ ਵਿੱਚ ਬੈਠੇ ਨੇ। ਹੁਣ ਉਸ ਜਿੱਥੇ ਇੱਕ ਚੇਂਜ ਦਿਸਦੀ ਹੈ, ਜਿੱਥੇ ਉਹ ਬੱਚਾ ਵੀ ਜਿਵੇਂ ਦੇਖਦਾ ਕਿ ਪਿਓ ਮਾਰ ਰਿਹਾ, ਉਹ ਵੀ ਉਹਦੇ ਚ ਸ਼ਾਮਲ ਹੋ ਜਾਂਦਾ ਹੈ। ਯਾਨੀ ਇੱਕ ਉਸ ਮਕਾਮ ਤੋਂ ਸ਼ੁਰੂ ਹੋਇਆ ਬੱਚਾ ਜੋ ਪ੍ਰੋਟੈਕਟਿਵ ਹੁੰਦਾ ਮਾਂ ਲਈ, ਇਸ ਫੇਜ਼ ਤੇ ਆਂਦਿਆਂ ਉਹ ਵੀ ਵਿੱਚ ਦੇਖਦਾ ਵੀ ਪਿਓ ਸ਼ਰਾਬ ਪੀਂਦਾ, ਮੈਂ ਵੀ ਪੀਣਾ, ਪਿਓ ਡਰੱਗਸ ਲੈਂਦਾ, ਮੈਂ ਲੈਣੀ ਹੈ। ਸੋ ਮਾਂ ਰੱਤੀ ਮਾਸਾ ਵੀ ਕੋਈ ਸਲਾਹ ਦਿੰਦੀ ਹੈ ਤਾਂ ਉਹ ਵੀ ਕੁੱਤੇ ਵਾਪਸ ਪੈਂਦਾ, ਜਵਾਬ ਦਿੰਦਾ, ਉੱਚੀ ਬੋਲਦਾ, ਨਾ ਕਰ ਦਿੰਦਾ। ਯਾਨੀ ਉਹ ਚੀਜ਼ਾਂ ਉਹਨੂੰ ਸੋਚਦੇ ਆ ਕਿ ਮੈਂ ਆਪਣੀ ਆਈਡੈਂਟੀਟੀ ਕ੍ਰੀਏਟ ਕਰ ਰਿਹਾ ਕਿ ਮੈਂ ਵੀ ਹਾਂ ਤੇ ਇਸ ਤਰ੍ਹਾਂ ਦਾ ਹਾਂ ਕਿ ਮੈਂ ਵੀ ਕਿਸੇ ਨੂੰ ਦਬਾ ਸਕਦਾ। ਸੋ ਇਹ ਜਿਹੜੇ ਅੱਗੋਂ ਵੀ ਅਬਿਊਸਿਵ ਹੁੰਦੇ ਨੇ ਬਹੁਤ ਜ਼ਿਆਦਾ, ਇਹ ਰਿਲੇਸ਼ਨਸ਼ਿਪ ਨਹੀਂ ਬਣਾ ਸਕਦੇ। ਤੇ ਤੁਸੀਂ ਅੰਦਾਜ਼ਾ ਲਾਓ ਕਿ ਇੰਨੀ ਵੱਡੀ ਗਿਣਤੀ ਜੋ ਕਿ USA ਵੱਲੋਂ ਵਾਰਨਿੰਗ ਜੇ ਡਾਕਟਰਸ ਵੱਲੋਂ ਬੱਚਿਆਂ ਦੇ ਵੱਲੋਂ ਹੋਈ ਹੈ ਕਿ ਭਈ ਇੰਨੀ ਵੱਡੀ ਗਿਣਤੀ, ਸਮਝ ਸਕਦੇ ਹਾਂ 15 ਮਿਲੀਅਨ ਤੋਂ ਵੱਧ ਇਹ ਤੇ 30 ਮਿਲੀਅਨ ਦੇ ਕਰੀਬ ਜੇ ਅਸੀਂ ਇਹ ਸਾਰੇ ਬੱਚੇ ਜੋ ਕਿ ਵਿਟਨੈਸ ਹੋਏ ਨੇ, ਇੰਨੀ ਗਿਣਤੀ ਵਿੱਚੋਂ ਜੇ ਅਸੀਂ ਸੋਚੀਏ ਕਿ ਕੁਝ ਉਹ ਮਾਨਸਿਕ ਰੋਗੀ ਅਸੀਂ ਸਮਾਜ ਵਿੱਚ ਦੇ ਰਹੇ ਹੋਈਏ, ਜਿੱਥੇ ਉਹ ਸੀਰੀਅਲ ਰੇਪਿਸਟ ਜਾਂ ਕਿਲਰ ਜਾਂ ਗਨ ਲੈ ਕੇ ਕਲਚਰ ਉਹ ਅਗਾਂਹ ਤੋਰ ਰਹੇ ਨੇ, ਜਾਂ ਗੁੰਡਾਗਰਦੀ, ਚੇਨ ਸਨੈਚਿੰਗ, ਚੋਰੀਆਂ, ਡਾਕੇ, ਤਾਂ ਫਿਰ ਕੁਝ ਸਾਨੂੰ ਸੋਚਣਾ ਪਏਗਾ ਕਿ ਡੋਮੈਸਟਿਕ ਵਾਇਲੈਂਸ ਵਿੱਚ ਜੋ ਅਸੀਂ ਪੈਦਾ ਕੀਤਾ, ਜਿੱਥੇ ਅਸੀਂ ਕਹਿੰਦੇ ਹਾਂ ਸਮਾਜ ਵਿਗੜ ਰਿਹਾ, ਉਹਦੇ ਚ 100% ਰੋਲ ਸਾਡਾ ਵੀ ਹੁੰਦਾ ਜਦੋਂ ਅਸੀਂ ਇਹੋ ਜਿਹੇ ਆਪਣੇ ਬੱਚੇ ਤਿਆਰ ਕਰਦੇ ਹਾਂ। ਜਦੋਂ ਇਹੋ ਜਿਹੇ ਬਾਹਰ ਨਿਕਲਦੇ ਨੇ, ਸਾਥੀ ਹੋਰ ਮਿਲਦੇ ਨੇ ਏਡੀ ਵੱਡੀ ਗਿਣਤੀ ਚ, ਦਾ ਮਤਲਬ ਹੈ ਕਿ ਅੱਗੋਂ ਉਹਨਾਂ ਨੂੰ ਪ੍ਰੋਫੈਸ਼ਨਲ ਹੈਲਪ ਦਈਏ, ਜਿੱਥੇ ਉਹਨਾਂ ਨੂੰ ਯਾਨੀ ਇੱਕ ਨਾ ਸਿਰਫ ਸਾਈਕੈਟਰਿਸਟ ਦੀ ਲੋੜ ਹੈ, ਕਾਉਂਸਲਰ ਦੀ ਲੋੜ ਹੈ, ਜਿੱਥੇ ਉਹ ਸੇਫ ਫੀਲ ਕਰ ਸਕਣ, ਉਹਨਾਂ ਨੂੰ ਬਾਹਰ ਉਸ ਥਾਂ ਤੋਂ ਕੱਢਿਆ ਜਾਏ, ਦੋਸਤੀ ਦਾ ਮਾਹੌਲ ਸਿਰਜਿਆ ਜਾਏ। ਦੇ ਨਾਲੋਂ ਨਾਲ ਆਪਾਂ ਸ਼ਾਇਦ ਉਹ ਭੁੱਲ ਰਹੇ ਹਾਂ ਕਿ ਡੋਮੈਸਟਿਕ ਵਾਇਲੈਂਸ ਨੂੰ ਰੋਕਣਾ ਪਏਗਾ ਹਰ ਹਾਲ ਵਿੱਚ। ਡਾਕਟਰ ਸਾਹਿਬ ਤੁਸੀਂ ਹਰ ਚੀਜ਼ ਕਵਰ ਕਰ ਰਹੇ ਹੋ, ਮੇਰਾ ਇੱਕ ਕੁਐਸਚਨ ਇੱਥੇ ਖੜਾ ਹੋ ਗਿਆ ਕਿ ਬੱਚਾ ਜਿਹੜਾ ਇਸ ਸਥਿਤੀ ਤੋਂ ਗੁਜ਼ਰ ਰਿਹਾ ਹੈ, ਜਦੋਂ 12 13 14 15 ਸਾਲ ਦੀ ਉਮਰ ਤੱਕ ਤੁਸੀਂ ਐਲੈਬੋਰੇਟ ਕੀਤਾ ਕਿ ਉਹ ਬਾਹਰ ਘਰੇ ਨਹੀਂ ਰਹੇਗਾ, ਬਾਹਰ ਜਾਏਗਾ, ਚੋਰੀ ਚਕਾਰੀ 'ਚ ਪਏਗਾ, ਹੋਰ ਜੋ ਵੀ ਸਮਾਜ ਦੇ ਵਿਰੋਧ ਗੱਲਾਂ ਜਾਂਦੀਆਂ ਉਹਦੇ ਵਿੱਚ ਪਏਗਾ ਉਹ, ਕਿਉਂਕਿ ਉਹਦੀ ਜਿਹੜੀ ਮੈਂਟਲ ਕੰਡੀਸ਼ਨ ਹੈ ਇਨਸਿਕਿਉਰ ਰਹਿੰਦੀ ਹਰ ਵੇਲੇ। ਨਾਓ ਇੱਕ ਹੋਰ ਐਂਗਲ ਹੈ ਇਹਦਾ ਦੇਖਣ ਵਾਲਾ, ਜਿਹੜੇ ਧਨਾਢ ਲੋਕਾਂ ਦੇ ਬੱਚੇ ਹੈ ਜਿਨ੍ਹਾਂ ਨੂੰ ਬਾਹਰ ਹਰ ਚੀਜ਼ ਉਪਲਬਧ ਹੈ, ਕਰੇ ਹਰ ਚੀਜ਼ ਉਹਨਾਂ ਨੂੰ ਮਿਲਦੀ ਹੈ, ਉਹ ਜਦੋਂ ਇਸ ਕੰਡੀਸ਼ਨ ਵਿੱਚ ਹੁੰਦੇ ਆ ਉਹ ਕਿੱਧਰ ਨੂੰ ਜਾਂਦੇ ਫਿਰ? ਜੀ ਉਹਨਾਂ ਵਿੱਚ ਵੀ ਤੁਸੀਂ ਦੇਖਦੇ ਹੋਗੇ ਕੁਝ ਤਾਂ ਬਿਲਕੁਲ ਹੀ ਡਰੂ ਦੱਬੂ ਵੀ ਹਾਂ ਫਾਦਰ ਦੇ ਇਫੈਕਟ ਹੇਠ ਤੁਸੀਂ ਦੇਖੋਗੇ ਨਾਲ ਉਹਨਾਂ ਦੇ ਪਿੱਛੇ ਉਹ ਬਣ ਕੇ ਚੱਲ ਰਹੇ ਨੇ। ਇਹਨਾਂ ਬੱਚਿਆਂ 'ਚ ਜੋ ਵੱਡੇ ਘਰਾਂ ਵਿੱਚ ਨੇ, ਲੌਂਗ ਟਰਮ ਥੰਬ ਸਕਿੰਗ ਵੀ ਦੇਖੀ ਗਈ ਹੈ, ਬੈੱਡ ਵੈਟਿੰਗ ਬਾਅਦ ਤੱਕ ਦੇਖੀ ਗਈ ਹੈ, ਇੱਕਦਮ ਕਰਾਈਂਗ, ਫੈਸਲੇ ਨਾ ਲੈ ਸਕਣੇ। ਫਿਰ ਇਹਨਾਂ ਵਿੱਚ
ਵਿੱਚ ਨੀਂਦਰ ਠੀਕ ਨਾ ਆਉਣੀ, ਡਿਪਰੈਸ਼ਨ ਦੀਆਂ ਟ੍ਰੀਟਮੈਂਟ ਸਾਡੇ ਕੋਲ ਮੈਂ ਹੁਣ ਐਜ਼ ਅ ਡਾਕਟਰ ਰਿਵੀਲ ਨਹੀਂ ਉਹ ਅੰਕੜੇ ਕਰ ਸਕਦੀ ਕਿਉਂਕਿ ਮੇਰੇ ਆਪਣੇ ਪੇਸ਼ੈਂਟਸ ਨੇ। ਅਸੀਂ ਬੜੇ ਵੈਲ ਟੂ ਡੂ ਘਰਾਂ ਦੇ ਵਿੱਚੋਂ ਵੀ ਬੇਟੀਆਂ ਦੇਖੀਆਂ ਨੇ, ਬੇਟੇ ਵੀ ਦੇਖੇ ਨੇ ਜਿਹੜੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਐਂਗਜ਼ਾਇਟੀ ਸਪੈਲਸ ਹੁੰਦੇ ਨੇ, ਉਹ ਟ੍ਰੀਟਮੈਂਟ ਲੈ ਰਹੇ ਨੇ ਸ਼ਾਂਤ ਕਰਨ ਲਈ ਉਹਨਾਂ ਨੂੰ, ਜਾਂ ਡਿਪਰੈਸ਼ਨ ਦੀ ਬਹੁਤ ਵੱਡੀ ਗਿਣਤੀ ਜੇ। ਮੈਂ ਤੁਹਾਨੂੰ ਇਹ ਦੱਸ ਰਹੀ ਹਾਂ, ਮੈਂ ਆਪਣੇ ਪੇਸ਼ੈਂਟਸ ਰਿਵੀਲ ਨਹੀਂ ਕਰ ਸਕਦੀ, ਪਰ ਇਹ ਸਾਡੇ ਕੋਲ ਇਫੈਕਟਸ ਨੇ ਜੋ ਆਏ ਹੋਏ ਨੇ ਕਿ ਉਹ ਘਰਾਂ ਦੇ ਵਿੱਚ ਜਿੱਥੇ ਉਹਨਾਂ ਦਾ ਕੋਈ ਆਊਟਲੈਟ ਨਹੀਂ ਹੈ ਸਟੀਮ ਨਿਕਲਣ ਦਾ, ਉਹ ਫਿਰ ਇਹ ਮਾਨਸਿਕ ਰੋਗੀ ਹੋਏ ਪਏ ਨੇ। ਪੈਨਿਕ ਅਟੈਕ ਨਾਲ ਆਉਂਦੇ ਨੇ, ਘਬਰਾਹਟ ਹੋ ਗਈ, ਸਾਹ ਲੰਬੇ ਲੈ ਰਿਹਾ, ਮਰ ਚੱਲਿਆ। ਉਹ ਐਕਚੁਅਲੀ ਉਸ ਫੇਜ਼ ਚੋਂ ਹੀ ਨਿਕਲ ਕੇ ਸਟੇਜ ਤੇ ਆ ਚੁੱਕੇ ਨੇ ਕਿ ਨਾ ਉਹ ਬਾਹਰ ਨਿਕਲ ਸਕਦੇ ਨੇ, ਨਾ ਉਹਨਾਂ ਕੋਲ ਹਾਂ ਹੈ ਕਿ ਉਹ ਲੈਟ ਆਫ ਕਰ ਲੈਣ ਸਟੀਮ, ਨਾ ਦੋਸਤਾਂ ਮਿੱਤਰਾਂ ਨਾਲ ਬਹੁਤਾ ਭੇਜਿਆ ਜਾਂਦਾ ਹੈ। ਤੇ ਉਸ ਭੇਜੇ ਦੇ ਵਿੱਚ ਵੀ ਸੋ ਕਾਲਡ ਉਹ ਸਟੈਂਡਰਡ ਇੱਕ ਬਣਾ ਦਿੱਤਾ ਜਾਂਦਾ ਹੈ ਕਿ ਕਾਕਾ ਇੱਥੇ ਜਾਣਾ ਹੈ ਤਾਂ ਇਸ ਤਰ੍ਹਾਂ ਬਿਹੇਵ ਕਰਨਾ ਹੈ, ਇਸ ਤਰ੍ਹਾਂ ਵੈਲ ਟੂ ਡੂ ਬੈਠਣਾ ਹੈ, ਇੰਨੀ ਕੁ ਗੱਲ ਕਰਨੀ ਹੈ, ਇੰਨੀ ਕੁ ਡਰਿੰਕ ਲੈਣੀ ਹੈ। ਉਹ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਕਿ ਇਹ ਵੱਡੀ ਗਿਣਤੀ ਨੇ, ਉਹ ਬੇਟੀਆਂ ਵੀ ਬੇਟੇ ਵੀ ਨੌਜਵਾਨ ਵੱਡੇ ਘਰਾਂ ਦੇ ਕਾਕੇ ਜੋ ਟ੍ਰੀਟਮੈਂਟਸ ਦੇ ਅੰਡਰ ਨੇ। ਤਾਂ ਸਮਝੋ ਕਿ ਇੱਥੇ ਜਿਨ੍ਹਾਂ 'ਚ ਮੈਂ ਮਿਸ ਨਾ ਕਰ ਜਾਵਾਂ ਜੋ ਕਿ ਇੰਟਰਨੈਸ਼ਨਲ ਫਿਗਰਸ ਵੀ ਨੇ, ਤੱਕ ਅਸੀਂ ਕਹਿ ਰਹੇ ਹਾਂ ਕਿ ਗਰੀਬ ਘਰਾਂ ਦੇ ਵਿੱਚ ਬੇਟੀਆਂ ਨਾਲ ਸਰੀਰਕ ਸ਼ੋਸ਼ਣ ਹੁੰਦਾ, ਉਹੀ ਹਾਲ ਇਹਨਾਂ ਘਰਾਂ ਵਿੱਚ ਵੀ ਹੈ। ਇਹ ਕੋਈ ਲੁਕਾ ਨਹੀਂ ਹੈ। ਕੋਲ ਐਡਮਿਟ ਵੀ ਹੋਏ ਸਨ, ਇੱਕ ਬੜੇ ਸੀਨੀਅਰ ਪੁਲਿਸ ਆਫਿਸਰ ਰਿਟਾਇਰਡ ਸਨ ਉਹ ਦਾਦਾ ਜੀ, ਜਿਨ੍ਹਾਂ ਨੇ ਆਪਣੇ ਦੋਨੋਂ ਪੋਤਿਆਂ ਨਾਲ ਇਹ ਕੀਤਾ ਤੇ ਲੈ ਕੇ ਆਏ। ਸੋ ਇਹ ਚੀਜ਼ਾਂ ਹਨ ਸਿਰਫ ਦੱਬ ਕੇ ਰੱਖੀਆਂ ਹੋਈਆਂ, ਪਰ ਸਮਾਜ ਬਹੁਤ ਬਹੁਤ ਗੰਦਗੀ ਨਾਲ ਭਰਿਆ ਹੋਇਆ ਕਿਉਂਕਿ ਡਾਕਟਰ ਕੋਲੋਂ ਢਿੱਡ ਨਹੀਂ ਲੁਕਾਇਆ ਜਾ ਸਕਦਾ। ਤੋ ਇਹ ਚੀਜ਼ਾਂ ਸਾਨੂੰ ਜਦ ਤੱਕ ਅਸੀਂ ਉਜਾਗਰ ਨਹੀਂ ਕਰਾਂਗੇ, ਇੰਡੀਵਿਜੂਅਲ ਦੇ ਉਂਗਲ ਰੱਖ ਕੇ ਨਹੀਂ, ਪਰ ਜਦ ਤੱਕ ਉਜਾਗਰ ਨਹੀਂ ਕਰਾਂਗੇ ਇਹਨੂੰ ਲੱਭਣ ਦਾ ਕੋਈ ਢੰਗ ਤਰੀਕਾ ਨਹੀਂ ਹੋਏਗਾ। ਐਂਡ ਡਾਕਟਰਸ ਲਈ ਇਸ ਕਰਕੇ ਔਖਾ ਹੋ ਜਾਂਦਾ ਕਿ ਕੋਈ ਵੀ ਮਾਂ ਪਿਓ ਆ ਕੇ ਨਹੀਂ ਕਹਿੰਦਾ ਹਾਂ ਜੀ ਮੈਂ ਗਾਲਾਂ ਕੱਢਦਾ, ਤੁਸੀਂ ਜ਼ੋਰ ਲਾ, ਕੋਈ ਵੀ ਨਹੀਂ ਬੋਲੇਗਾ। ਸੋ ਡਾਕਟਰਸ ਲਈ ਅੱਖ ਦਾ ਔਖਾ ਹੁੰਦਾ ਹੈ ਲੱਭਣਾ ਕਿ ਬੱਚੇ ਨੂੰ ਇਹ ਮੈਂਟਲ ਸਟੇਟ ਕਿਵੇਂ ਆਈ, ਕਿਵੇਂ ਸਾਈਕੈਟ੍ਰਿਕ ਪੇਸ਼ੈਂਟ ਬਣਿਆ। ਸੋ ਹੌਲੀ ਹੌਲੀ ਪਿਆਰ ਨਾਲ ਕੁਰੇਦਣਾ ਪੈਂਦਾ ਵੀ ਕੀ ਭਲਾ ਕਦੇ ਔਖੇ ਕਦੇ ਤਾਂ ਹੋਗੇ, ਬਾਹਰੋਂ ਆ ਕੇ ਕਿਸੇ ਵੇਲੇ ਹਾਂਜੀ ਹਾਂਜੀ ਨਾਲ ਦੇ ਕਮਰੇ 'ਚ ਹੁੰਦੀ ਹੈ ਉਦੋਂ ਅਸੀਂ ਬੋਲਦੇ ਹਾਂ। ਯਾਨੀ ਅਲਟੀਮੇਟ ਕਿਤੇ ਨਾ ਕਿਤੇ ਹੌਲੀ ਹੌਲੀ ਗੱਲ ਨਿਕਲਦੀ ਹੈ, ਪਰ ਬਹੁਤੇ ਪੇਰੈਂਟਸ ਤਾਂ ਹੀ ਕਰ ਜਾਂਦੇ ਨੇ। ਪਰ ਜਦੋਂ ਬੱਚੇ ਨੂੰ ਅਲੱਗ ਬਿਠਾ ਕੇ ਪੁੱਛੋ ਤਾਂ ਬੱਚਾ ਹੀ ਬੋਲ ਪੈਂਦਾ ਕਿ ਹਾਂਜੀ ਸਾਡਾ ਤਾਂ ਘਰ ਰਹਿਣ ਜੋਗਾ ਹੀ ਨਹੀਂ, ਇੰਨਾ ਇੱਥੇ ਕਿ ਅਸੀਂ ਤਾਂ ਉਹ ਸੁਣ ਵੀ ਨਹੀਂ ਸਕਦੇ, ਜਿਹਨੂੰ ਕਿ ਪੇਰੈਂਟਸ ਟੋਟਲੀ ਨਕਾਰ ਦਿੰਦੇ ਨੇ। ਸੋ ਇਹ ਗੱਲਾਂ ਸਾਨੂੰ ਹੀ ਡਾਕਟਰ ਸਾਹਿਬ ਤੁਸੀਂ ਬਹੁਤ ਸੋਹਣਾ ਐਲੈਬੋਰੇਸ਼ਨ ਕਰ ਰਹੇ ਹੋ ਇਸ ਚੀਜ਼ ਦੇ ਉੱਤੇ। ਨਾਓ ਆਪਾਂ ਨੈਕਸਟ ਸੈਗਮੈਂਟ ਦੇ ਬ੍ਰੇਕ ਤੋਂ ਬਾਅਦ ਇੱਥੇ ਆਵਾਂਗੇ ਕਿ ਸਮਾਜ ਦਾ ਉਹਦੇ ਵਿੱਚ ਕੀ ਲੈਣਾ ਦੇਣਾ ਹੈ, ਤੇ ਉਸ ਤੋਂ ਬਾਅਦ ਇਸ ਚੀਜ਼ ਦਾ ਇਲਾਜ ਕੀ ਹੈ। ਆਪਾਂ ਮੈਂਟਲ ਕੰਡੀਸ਼ਨ ਦੇ ਉੱਤੇ ਝਾਤ ਪਾ ਲਈ ਹੈ ਕਿ ਗਰੀਬ ਘਰਾਂ ਦੇ ਤੇ ਅਮੀਰ ਘਰਾਂ ਦੇ ਬੱਚੇ ਜਿਹੜੇ ਇਹਨਾਂ ਸਿਚੁਏਸ਼ਨਾਂ ਤੋਂ ਨਿਕਲਦੇ ਕਿਹੜੀ ਡਾਇਰੈਕਸ਼ਨ 'ਚ ਜਾਂਦੇ ਆ, ਪਰ ਆਪਾਂ ਉਸ ਤੋਂ ਬਾਅਦ ਆਉਂਦੇ ਕਿ ਸਮਾਜ ਕੀ ਕਰ ਸਕਦਾ, ਤੇ ਉਹ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਲਈ ਆਪਾਂ ਸਾਰੇ ਜਾਂ ਐਜ਼ ਅ ਫੈਮਿਲੀ ਮੈਂਬਰ ਕੀ ਇੱਕ ਦੂਜੇ ਨਾਲ ਬਿਹੇਵ ਕਿੱਦਾਂ ਕਰ ਸਕਦੇ ਹਾਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਹਰਸ਼ਿੰਦਰ ਕੌਰ ਜੀ, ਬਹੁਤ ਸੋਹਣਾ ਇਲੈਬੋਰੇਟ ਕਰ ਰਹੇ। ਸਾਨੂੰ ਰੁਕਣਾ ਪੈ ਰਿਹਾ ਇੱਕ ਲਾਸਟ ਕੁਇਕ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ ਤੁਹਾਡੇ ਰੂਬਰੂ ਹੁਣਾ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਕੈਲੀਫੋਰਨੀਆ ਸਟੂਡੀਓ ਤੋਂ। ਆਪਣਾ ਬਣੇ ਹੋਏ ਨੇ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਜੀ, ਤਾਂ ਆਪਾਂ ਝਾਤ ਪਾ ਰਹੇ ਹਾਂ ਡੋਮੈਸਟਿਕ ਵਾਇਲੈਂਸ ਨਾਲ ਬੱਚਿਆਂ ਦੇ ਉੱਤੇ ਕੀ ਅਸਰ ਪੈਂਦਾ, ਉਹਨਾਂ ਦੀ ਗਰੋਥ ਤੇ ਹੈਲਥ ਵਾਈਜ਼, ਤੇ ਫਿਰ ਉਹ ਜਿਹੜਾ ਸਮਾਜ ਦੇ ਵਿੱਚ ਕਿੱਦਾਂ ਵਿਚਰਦੇ ਨੇ, ਉਹ ਸਾਰੀਆਂ ਚੀਜ਼ਾਂ ਐਲੈਬੋਰੇਟ ਡਾਕਟਰ ਸਾਹਿਬ ਨੇ ਕੀਤੀਆਂ। ਡਾਕਟਰ ਸਾਹਿਬ ਇੱਥੇ ਮੇਰਾ ਇੱਕ ਆਪਦਾ ਇੱਕ ਕੁਐਸਚਨ ਹੈ ਕਿ ਇੱਕ ਧਾਰਨਾ ਆ ਮੈਨੂੰ ਕੀ ਜਾਂ ਸਾਨੂੰ ਕੀ। ਇੱਕ ਘਰ ਦੇ ਵਿੱਚ ਲੜਾਈ ਹੋ ਰਹੀ ਹੈ, ਮੈਂ 16-17 ਸਾਲਾਂ ਦਾ ਸੀ ਜਦੋਂ ਇੱਥੇ ਆ ਗਿਆ। ਉਸ ਤੋਂ ਪਹਿਲਾਂ ਮੈਂ ਇੱਕ ਪਿੰਡ ਨਾਲ ਬਿਲੋਂਗ ਕਰਦਾ, ਇੱਕ ਛੋਟੇ ਕਸਬੇ 'ਚ ਵੀ ਅਸੀਂ ਰਹੇ। ਅਸੀਂ ਇੱਕ ਚੀਜ਼ ਨੋਟ ਕੀਤੀ ਹੈ, ਮੈਂ ਕਿਸੇ ਜਾਤ ਪਾਤ ਵੱਲ ਨਹੀਂ ਜਾ ਰਿਹਾ, ਮੈਂ ਕਿਸੇ ਗਰੀਬ ਅਮੀਰ ਵੱਲ ਨਹੀਂ ਜਾ ਰਿਹਾ। ਮੈਂ ਇੱਕ ਦੇਖਿਆ ਸੀ ਕਿ ਇਸ ਘਰੇ ਜੇ ਸ਼ਾਮ ਨੂੰ ਕੋਈ ਸ਼ਰਾਬ ਪੀ ਕੇ ਰੌਲਾ ਪਾ ਰਿਹਾ ਤੇ ਜੇ ਉੱਥੇ ਮਾਰ ਕੁਟਾਈ ਹੋ ਰਹੀ ਹੈ, ਤੇ ਆਲੇ ਦੁਆਲੇ ਜਿਹੜੇ ਘਰ ਹੁੰਦੇ ਆ ਨਾ ਉਹਦੇ ਵਿੱਚ ਇੱਕ ਧਾਰਨਾ ਸੀ ਸਾਨੂੰ ਕੀ ਜਾਂ ਮੈਨੂੰ ਕੀ। ਬਾਅਦ ਦੇ ਵਿੱਚ ਕੋਈ ਮਾੜੀ ਚੰਗੀ ਘਟਨਾ ਵਾਪਰ ਜਾਂਦੀ ਤਾਂ ਅਫਸੋਸ ਕਰਨ ਹਰੇਕ ਕੋਈ ਦੂਜੇ ਦਿਨ ਪਹੁੰਚ ਜਾਂਦਾ, ਬਜਾਏ ਇਹ ਕਿ ਜਾ ਕੇ ਇੰਟਰਵੀਨ ਕਰੋ ਕਿ ਭਾਈ ਸਾਨੂੰ ਨਹੀਂ ਪਤਾ ਤੁਹਾਡਾ ਝਗੜਾ ਕੀ ਹੈ, ਸਾਨੂੰ ਨਹੀਂ ਪਤਾ ਕੌਣ ਤੁਹਾਡੀ ਗੱਲ ਕੀ ਹੋਈ ਆ, ਆਹ ਗਲਤ ਹੈ ਜਾਂ ਉਹ ਗਲਤ ਹੈ,
ਪਰ ਜਿਹੜੇ ਹਿਸਾਬ ਨਾਲ ਤੁਸੀਂ ਸਮਾਜ ਦੇ ਵਿੱਚ ਉੱਚੀ ਰੌਲਾ ਪਾ ਰਹੇ ਹੋ ਜਾਂ ਤੁਸੀਂ ਇੱਕ ਦੂਜੇ ਤੇ ਹੱਥ ਚੁੱਕੋਗੇ, ਇਹ ਇਕੱਲੇ ਤੁਹਾਡੇ ਪਰਿਵਾਰ ਲਈ ਨਹੀਂ, ਪੂਰੇ ਸਮਾਜ ਲਈ ਬਹੁਤ ਹੀ ਮਾੜਾ ਸੰਦੇਸ਼ ਲੈ ਕੇ ਬਾਹਰ ਜਾ ਰਹੇ ਆ। ਔਰ ਇਹਦੇ ਵਿੱਚ ਭਲਾਈ ਹੈ ਕਿ ਤੁਸੀਂ ਆਹ ਕੰਮ ਨਾ ਕਰੋ, ਬਹਿ ਕੇ ਗੱਲ ਕਰ ਲਓ, ਠੀਕ ਹੈ, ਬਹਿ ਕੇ ਆਪਸ ਵਿੱਚ ਕਰ ਲਓ ਜਾਂ ਅਸੀਂ ਕਰਾ ਦਿੰਦੇ ਹਾਂ, ਰੌਲਾ ਨਾ ਪਾਓ, ਰਾਤ ਹੋਈ ਆ। ਜਿਹੜੀ ਸਾਨੂੰ ਕੀ ਆ ਮੈਨੂੰ ਕੀ ਆ, ਇਹ ਸਮਾਜ ਦੇ ਵਿੱਚ ਬਹੁਤ ਮਾੜੀ ਪਰੰਪਰਾ ਹੈ ਕਿ ਹੱਲੇ ਵੀ ਐਗਜ਼ਿਸਟ ਕਰਦੀ ਉਹਨਾਂ ਤੁਹਾਡੇ ਉੱਥੇ ਜਿੱਥੇ ਤੁਸੀਂ ਰਹਿ ਰਹੇ ਹੋ। ਜੀ ਇਹ ਐਕਚੁਅਲੀ ਸਾਨੂੰ ਕੀ ਵਾਲਾ ਸਿਸਟਮ ਮੇਰਾ ਖਿਆਲ ਹੈ ਦੁਨੀਆ ਭਰ 'ਚ, ਜਿੱਥੇ ਅਸੀਂ ਦੂਸਰੇ 'ਚ ਇੰਟਰਫੇਰੈਂਸ ਨੂੰ ਬਿਲਕੁਲ ਇੱਕ ਤਰੀਕੇ ਗਿਣਦੇ ਆ ਕਿ ਕਰਨੀ ਨਹੀਂ ਉਹਦੇ ਘਰ ਵਿੱਚ, ਟਿਲ ਕੇ ਸਾਡੇ ਘਰ ਤੇ ਵੱਟਾ ਵੱਜ ਗਿਆ ਜਾਂ ਸਾਡੇ ਘਰ 'ਚ ਜਾਂ ਸਾਡੀ ਕਾਰ 'ਚ ਜਾਂ ਸਾਡੇ ਬੱਚੇ ਨੂੰ ਥੱਪੜ ਪੈ ਗਿਆ, ਉਦੋਂ ਤਾਂ ਅਸੀਂ ਵੀ ਡੰਡੇ ਲੈ ਕੇ ਨਿਕਲ ਜਾਵਾਂਗੇ। ਪਰ ਅਸੀਂ ਇਹ ਚੀਜ਼ ਕਿ ਅਸੀਂ ਦੂਜਾ ਕੋਈ ਲੰਘਿਆ ਉਹਨੇ ਕੀ ਪੋਸ਼ਾਕ ਪਾਈ ਕੀ ਦੇਖਿਆ, ਇਹੋ ਜਿਹੀ ਚੀਜ਼ ਆਮ ਤੌਰ ਤੇ ਸਾਰੀ ਦੁਨੀਆ ਵਿੱਚ ਹੀ ਅਸੀਂ ਅਵੋਇਡ ਕਰਦੇ ਹਾਂ ਕਿ ਦੂਜੇ ਦੇ ਵਿੱਚ ਇੰਟਰਫੀਅਰੈਂਸ ਨਾ ਕਰੋ। ਤੇ ਖਾਸ ਤੌਰ ਤੇ ਜਦੋਂ ਝਗੜਾ ਚੱਲ ਰਿਹਾ ਹੋਏ ਨਾਲ ਦੇ ਘਰ ਵਿੱਚ, ਉੱਥੇ ਤਾਂ ਅਸੀਂ ਬਿਲਕੁਲ ਹੀ ਤਮਾਸ਼ਾ ਦੇਖਣ ਨੂੰ, ਵੀਡੀਓ ਬਣਾਉਣ ਨੂੰ ਭਾਵੇਂ ਲੋਕ ਖੜ ਜਾਣ ਖਿੜਕੀਆਂ ਚੋਂ, ਅੰਦਰ ਜਾ ਕੇ ਰੋਕਣ ਦੀ ਕੋਸ਼ਿਸ਼ ਕੋਈ ਵੀ ਨਹੀਂ ਕਰਦਾ। ਇੱਥੋਂ ਤੱਕ ਕਿ ਸੜਕ ਤੇ ਚਾਕੂ ਵੱਜਦੇ ਹੁੰਦੇ ਨੇ ਤੇ ਲੋਕ ਵੀਡੀਓ ਬਣਾ ਕੇ ਤੁਰ ਜਾਂਦੇ ਨੇ। ਮੈਂ ਵਾਲਾ ਸਿਸਟਮ ਵਾਕਈ ਬਹੁਤ ਘਿਨਾਉਣਾ ਮੈਂ ਤਾਂ ਕਹਾਂਗੀ ਹੈ, ਜੋ ਕਿ ਅਸੀਂ ਆਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸੇ ਸਮਾਜ 'ਚ ਜਿਹਦੇ ਨਾਲ ਅਸੀਂ ਚੰਗੇ ਤਰੀਕੇ ਬੰਨੇ ਹੋਏ ਆ। ਉਹ ਇੱਕ ਸ਼ਿਕਾਇਤ ਕਹਿੰਦੇ ਹੁੰਦੇ ਨੇ ਕਿਸੇ ਦੇ ਘਰ ਲੱਗੀ ਅੱਗ ਆਪਾਂ ਨੂੰ ਬਸੰਤਰ ਵਰਗੀ ਲੱਗਦੀ, ਪਰ ਇਹ ਭੁੱਲ ਕੁਦਰਤ ਜਿਹੜਾ ਨਾ ਪੇ ਆਫ ਜ਼ਰੂਰ ਕਰਦੀ ਕਿਤੇ ਨਾ ਕਿਤੇ। ਔਰ ਮੈਂ ਆਪਦੇ ਅੱਖੀਂ ਕਈ ਚੀਜ਼ਾਂ ਦੇਖੀਆਂ ਹੋਈਆਂ ਕਿ ਜਦੋਂ ਤੁਸੀਂ ਸਾਨੂੰ ਕੀ ਆ ਮੈਨੂੰ ਕੀ, ਜਾਂ ਫਿਰ ਇੱਕ ਪਾਸੇ ਰਹਿ ਕੇ ਕਿਸੇ ਨੂੰ ਤਿੱਲੀ ਲਾਈ ਜਾਣਾ, ਮੈਂ ਸਿੱਧੀ ਠੇਠ ਪੰਜਾਬੀ ਭਾਸ਼ਾ 'ਚ ਕਹਿਣਾ, ਉਹ ਵੀ ਮਾੜੀ ਗੱਲ ਆ। ਅਗੇਨ ਸਮਾਜ ਹੋਰ ਕੀ ਕਰ ਸਕਦਾ, ਵਿੱਚ ਇੰਟਰਵੀਨ ਕਰੂਗਾ। ਇੱਕ ਨਾ ਡਾਕਟਰ ਸਾਹਿਬ ਮੈਂ ਤੁਹਾਨੂੰ ਜ਼ਰੂਰ ਕਿਸੇ ਦਿਨ ਇਸ ਚੀਜ਼ ਦਾ ਪੂਰਾ ਲਾਊਂਗਾ ਸੈਸ਼ਨ, ਪੂਰਾ ਜਿਹੜਾ ਪ੍ਰੋਗਰਾਮ ਇੱਥੇ ਕਰਾਂਗੇ ਕਿ ਜਿਹੜਾ ਹਸਬੈਂਡ ਵਾਈਫ ਦੇ ਵਿੱਚ ਰੌਲਾ ਹੁੰਦਾ ਹੈ ਤੇ ਉਹਦੇ ਵਿੱਚ ਨਾ ਅੱਜ ਕੱਲ੍ਹ ਧਾਰਨਾ ਬਣ ਚੁੱਕੀ ਹੈ, ਮੈਨੂੰ ਨਹੀਂ ਪਤਾ ਇੰਡੀਆ ਸ਼ਾਇਦ ਕੁਛ ਹੋਰ ਹੋਵੇ, ਧਾਰਨਾ ਬਣ ਚੁੱਕੀ ਹੈ ਕਿ ਇਹਨਾਂ ਨੂੰ ਆਪਸ ਵਿੱਚ ਸੈੱਟ ਆ ਲੈਣ ਦਿਓ। ਔਰ ਮੈਂ ਆਪਦੀ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਵਿੱਚ ਇਹ ਕਹਿਣਾ ਕਿ ਕਿਤੇ ਮਾੜੀ ਮੋਟੀ ਵੀ ਹੋਈ ਹੈ ਨਾ, ਜੇ ਮਾਂ ਬਾਪ, ਖਾਸ ਕਰਕੇ ਮਾਂ ਬਾਪ, ਵੱਡੇ ਭੈਣ ਭਰਾ, ਛੋਟੇ ਭੈਣ ਭਰਾ ਜੇ ਇਨਵੋਲਵ ਹੋਏ ਆ ਨਾ, ਤਾਂ ਉਹ ਘਰ ਬਚੇ ਰਹਿੰਦੇ ਆ। 60-70% ਮੈਂ ਘਰ ਬਚਦੇ ਦੇਖਿਆ ਜਦੋਂ ਆਪਦੇ ਮਾਂ ਬਾਪ ਹੀ ਕਹਿਣਗੇ ਕਿ ਤੁਸੀਂ ਅਡਲਟ ਹੋ, ਤੁਸੀਂ ਆਪਸ ਵਿੱਚ ਦੇਖ ਲਓ। ਉਹ ਘਰ ਮੇਰੇ ਖਿਆਲ ਨਹੀਂ, ਜੇ 100 'ਚ 1-2% ਵੱਜਦੇ ਹੋਣਗੇ ਤਾਂ ਮੈਨੂੰ ਪਤਾ ਨਹੀਂਗਾ। ਐਨੀਵੇ ਆਪਾਂ ਆਪਣੇ ਸਬਜੈਕਟ ਵੱਲ ਆਉਂਦੇ ਆ। ਤੁਸੀਂ ਗੱਲ ਕਰ ਰਹੇ ਸਾਨੂੰ ਕੀ ਮੈਨੂੰ ਕੀ, ਹੁਣ ਇਦੋਂ ਬਾਅਦ ਆਪਾਂ ਸਮਾਜ 'ਚ ਕੀ ਕਰੀਏ, ਕੀ ਕਿਸੇ ਨੂੰ ਕਿੱਦਾਂ ਐਜੂਕੇਟ ਕਰੀਏ ਕਿ ਭਾਈ ਜੇ ਤੁਹਾਡੇ ਗੁਆਂਢ ਮੱਥੇ 'ਚ, ਜੇ ਤੁਹਾਡੇ ਪੜੋਸ ਦੇ ਵਿੱਚ ਕੋਈ ਇੱਦਾਂ ਦੀ ਗੱਲ ਵਾਪਰਦੀ ਹੈ ਜ਼ਰੂਰ ਇੰਟਰਵੀਨ ਕਰੋ। ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ, ਕਿਸੇ ਬੱਚੇ ਨੂੰ ਜਿੱਦਾਂ ਮੈਂਟਲ ਕੰਡੀਸ਼ਨ 'ਚ ਜਾਣਾ ਪੈਂਦਾ ਉਹ ਬਚਾਇਆ ਜਾ ਸਕਦਾ, ਹੋ ਸਕਦਾ ਕਿਸੇ ਧੀ ਭੈਣ ਦੇ ਜਾਂ ਕਿਸੇ ਹੋਰ ਬੰਦੇ ਦੇ ਸੱਟ ਪੇਟ ਲੱਗਣ ਤੋਂ ਬਚ ਸਕਦੇ, ਔਰ ਹੋ ਸਕਦਾ ਉਹਨਾਂ ਦੀ ਜਿਹੜੀ ਪਰਮਾਨੈਂਟ ਦਰਾਰ ਪੈਣੀ ਹੈ ਉਹ ਤੋਂ ਬਚਾਇਆ ਜਾ ਸਕਦਾ। ਕੀ ਕਹਿਣਾ ਚਾਹੋਗੇ? ਜੀ ਪਹਿਲੀ ਗੱਲ ਤਾਂ ਇਹ ਕਿ ਸਾਡੀ ਇਹ ਗਲਤ ਚੀਜ਼ ਹੈ ਜਦੋਂ ਅਸੀਂ ਕਹਿੰਦੇ ਆ ਕਿ ਇੰਨੀ ਮਾਰ ਕੁਟਾਈ ਦੇ ਬਾਵਜੂਦ ਵੀ ਤੁਸੀਂ ਡਟੇ ਹੀ ਰਹੋ, ਨਾਲ ਹੀ ਰਹੋ, ਕਿਉਂਕਿ ਅਸੀਂ ਇਹ ਪੱਖ ਸਾਡੇ ਬਹੁਤੇ ਲਿਸਨਰਸ ਨੂੰ ਪਤਾ ਹੀ ਨਹੀਂ ਕਿ ਭਾਈ ਜਿਹੜਾ ਉਹ ਬੱਚਾ ਤਿਆਰ ਹੋ ਰਿਹਾ ਉਹ ਕਿਸ ਤਰੀਕੇ ਦਾ ਜੁਰਮ ਦਾ ਬਾਦਸ਼ਾਹ ਨਿਕਲਣਾ ਜੇ, ਜਿਹਨੇ ਤਬਾਹੀ ਮਚਾ ਦੇਣੀ ਹੈ। ਤੇ ਉਸ ਪਾਸੇ ਵੱਲ ਧਿਆਨ ਹੀ ਨਹੀਂ ਜੀ ਤੁਸੀਂ ਧੱਕੇ ਨਾਲ ਜੁਟੇ ਰਹੋ, ਗਾਲਾਂ ਕੱਢ ਲਓ, ਫਿਰ ਵੀ ਘਰ ਰਹਿਣਾ ਹੀ ਰਹਿਣਾ। ਇਹ ਗਲਤ ਚੀਜ਼ ਹੈ। ਜੇ ਉਹਨਾਂ ਨੂੰ ਕਾਉਂਸਲਰਸ ਵੱਲੋਂ ਜਾਂ ਡਾਕਟਰ ਵੱਲੋਂ ਸਲਾਹ ਦੇਣ ਦੇ ਬਾਅਦ ਵੀ ਜਾਂ ਸਾਈਕੋਥੈਰੇਪੀ ਤੋਂ ਬਾਅਦ ਵੀ ਦਿਸਦਾ ਕਿ ਉਹ ਬਿਲਕੁਲ ਆਪੋ ਵਿੱਚ ਨਹੀਂ ਕਿਸੇ ਵੀ ਤਰੀਕੇ ਐਡਜਸਟ ਕਰ ਸਕ ਰਹੇ, ਤਾਂ ਉਸ ਬੱਚੇ ਦਾ ਹੀ ਖਿਆਲ ਕੀਤਾ ਜਾਏ ਜੋ ਘਰ ਵਿੱਚ ਖਰਾਬ ਹੋ ਰਿਹਾ। ਇਹਨਾਂ ਨੂੰ ਵੱਖ ਦੇਣਾ ਇਸ ਤਰ੍ਹਾਂ ਉਹ ਕਾਉਂਸਲਰ ਜਿਹੜੀ ਕਾਉਂਸਲਿੰਗ ਲੈ ਚੁੱਕੇ ਹੋਣ, ਸਾਰੇ ਇੰਟਰਵੀਨ ਕਰ ਚੁੱਕੇ ਹੋਣ, ਜਦੋਂ ਐਕਸਟ੍ਰੀਮ ਆ ਜਾਏ ਇਟਸ ਬੈਟਰ ਫॉर ਦ ਚਾਈਲਡ ਐਂਡ ਉਹਨਾਂ ਦੋਨਾਂ ਵਾਸਤੇ। ਆਪਾਂ ਗੱਲ ਕਰ ਜੀ, ਤੁਸੀਂ ਜਾਰੀ ਰੱਖੋ, ਕੀ ਕਹਿਣਾ ਚਾਹ ਰਹੇ ਸੀ ਉਸ ਤੋਂ ਬਾਅਦ? ਮੈਂ ਅੱਗੋਂ ਦੱਸਣਾ ਚਾਹ ਰਹੀ ਸੀ ਕਿ ਇਸ ਮੈਨੂੰ ਕੀ ਵਿੱਚ ਜਿਵੇਂ ਛੋਟੇ ਪਿੰਡ ਜਾਂ ਸ਼ਹਿਰ ਜਿੱਥੇ ਇਹ ਬੱਚੇ ਅੱਗੋਂ ਜਦੋਂ 15 ਦੇ ਹੋਣਗੇ, ਜਿੱਥੇ ਉਹਨਾਂ ਨੇ ਉਹ ਆਂਢ ਗੁਆਂਢ ਵਿੱਚ ਚੋਰੀਆਂ, ਡਾਕੇ ਜਾਂ ਰੇਪਸ ਜਾਂ ਛੇੜਖਾਨੀਆਂ ਜਾਂ ਮਾੜੀ ਸ਼ਬਦਾਵਲੀ, ਅਬਿਊਸਿਵ, ਇਹ ਚੀਜ਼ਾਂ ਜਦੋਂ ਉਹਨਾਂ ਨੇ ਕਰਨੀਆਂ ਉਹ ਸਾਡੇ ਹੀ ਘਰਾਂ ਤੇ ਪੈਣੀਆਂ ਜੇ। ਉਦੋਂ ਅਸੀਂ ਜਦੋਂ ਸੀ ਤਾਂ 10-15 ਸਾਲ ਬਾਅਦ ਜੋ ਅਸੀਂ ਸਾਹਮਣੇ ਦੇਖ ਰਹੇ ਹਾਂ ਵੀ ਭਾਈ ਉਹਨੂੰ ਤਾਂ ਹੱਥ ਗੱਲ ਵੀ ਨਹੀਂ ਕੀਤੀ ਜਾ ਸਕਦੀ, ਸਿੱਧਾ ਗਲੇ ਨੂੰ ਹੱਥ ਪਾਉਂਦਾ, ਤਾਂ ਫਿਰ ਪਹਿਲਾਂ ਜਿਹੜੇ ਚੁੱਪ ਸਾਂ ਵੀ ਹਾਂਜੀ ਕੋਈ ਗੱਲ ਨਹੀਂ ਉਹਨਾਂ ਦਾ ਘਰ ਹੈ, ਪਰ ਜਦੋਂ ਹੁਣ ਇਹ ਨਿਕਲਣੇ ਨੇ ਅੱਗੋਂ ਬੱਚੇ, ਉਹ ਸਾਡੇ ਤੇ ਹੀ ਅਟੈਕ ਕਰਨੇ ਨੇ, ਉਦੋਂ ਘਰ ਜਿਹੜੀ ਸਾਡੇ ਅੱਗ ਲੱਗਣੀ ਸਾਡੇ ਹੀ ਲੱਗਣੀ। ਸੋ ਦੂਸਰੀ ਜਿਹੜੀ ਇੰਪੋਰਟੈਂਟ ਚੀਜ਼ ਹੈ
ਕਿ ਇਹ ਬੱਚੇ ਜਦੋਂ ਜਿਹੜੇ ਹੁਣ 15-18 ਸਾਲ ਦੇ ਹੋ ਗਏ ਨੇ, ਇਹਨਾਂ ਨੂੰ ਕਿਉਂਕਿ ਦੇਖੋ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਇਹ ਆਲਰੇਡੀ ਡੈਮੇਜ ਨੇ। ਪਹਿਲੀ ਗੱਲ ਤਾਂ ਜੇ ਉਹ ਕਾਉਂਸਲਰ ਨਾਲ, ਜੋ ਕਿ ਬਹੁਤ ਘੱਟ ਚਾਂਸਸ ਨੇ, ਕਿਉਂਕਿ ਜੇ ਉਹਨਾਂ ਨੂੰ ਫਰੈਂਡਲੀ ਐਟਮੋਸਫੇਅਰ ਵੀ ਦਵਾਂਗੇ ਤਾਂ ਇਹ ਹੁਣ ਪੱਕ ਚੁੱਕੇ ਚੀਜ਼ਾਂ ਨੇ, ਜੋ ਕਿ ਜਿਨ੍ਹਾਂ ਨੂੰ, ਜੋ ਕਿ ਛੋਟੀ ਉਮਰ ਵਿੱਚ ਭਾਵੇਂ ਅਸੀਂ ਠੀਕ ਕਰ ਸਕੀਏ। 15-18 ਸਾਲ ਦਾ ਬੱਚਾ ਤੁਸੀਂ ਕਾਬੂ ਵਿੱਚ ਕਰਨ ਲਈ ਚਾਹੋਗੇ ਵੀ ਤਾਂ ਉਹ ਵਾਪਸ ਜਵਾਬ ਵੀ ਦੇਗਾ, ਮਾਰ ਕੁਟਾਈ ਵੱਲ ਵੀ ਆਊਗਾ, ਕਿਉਂਕਿ ਉਸ ਸਮੇਂ ਉਹਨੂੰ ਆਪਣੀ ਪਾਵਰ ਦਾ ਪਤਾ ਹੁੰਦਾ ਵੀ ਮੈਂ ਚੋਟੀ ਤੇ ਆ, ਮੇਰੇ ਤੋਂ ਵੱਧ ਕੋਈ ਤਾਕਤਵਰ ਨਹੀਂ। ਸੋ ਇਹ ਅਮੋੜ ਘੋੜੇ ਹੁੰਦੇ ਨੇ ਜਿਹੜੇ ਇਹ ਸਿਰਫ ਤੇ ਸਿਰਫ ਜੁਰਮ ਵਾਲੇ ਪਾਸੇ ਜਾਂ ਮਾੜੇ ਰਾਹ ਜੋ ਅਪਣਾ ਚੁੱਕੇ ਹੋਏ ਨੇ, ਇਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ। ਇਹਦੇ ਵਿੱਚ ਗਲਤੀ ਨਹੀਂ ਕਰਨੀ ਚਾਹੀਦੀ ਕਿ ਜੋ ਕਿ ਸਾਡੇ ਭਾਰਤ ਵਿੱਚ ਹੋ ਰਿਹਾ ਜਾਂ ਏਸ਼ੀਅਨ ਕੰਟਰੀਜ਼, ਇਹ ਕਾਫੀਆਂ 'ਚ ਹੁੰਦਾ ਕਿ ਅਸੀਂ ਜੀ ਇਹਨੂੰ ਇੱਕ ਵਾਰ 17.5 ਸਾਲ ਦਾ ਜੀ ਇਹਨੇ ਮਰਡਰ ਕਰਤੇ ਨੇ 5 ਤੇ ਚਲੋ ਜੀ ਇਹਨੂੰ ਛੱਡਣਾ ਪਏਗਾ, ਲਾਈਫ ਲੌਂਗ ਨਹੀਂ ਰੱਖ ਸਕਦੇ ਅਸੀਂ, ਨਾ ਫਾਂਸੀ ਦੇ ਸਕਦੇ ਹਾਂ। ਭਾਈ 6 ਮਹੀਨੇ ਵਿੱਚ ਕਿਹੜੀ ਵੱਖਰੀ ਆ ਜਾਣੀ ਹੈ ਕਿ 18 ਸਾਲ ਤੇ ਫਾਂਸੀ ਦੇ ਸਕਦੇ ਹੋ? ਜਿਹੜਾ 4 ਮਰਡਰ ਕਰ ਚੁੱਕਾ, ਉਹਦੇ 'ਚ ਕੀ ਹੋਰ ਤਬਦੀਲੀ ਚਾਹੁੰਦੇ ਹੋ? ਤੇ ਇਹਨਾਂ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਨੇ ਕਿ ਇਹ ਪੱਕੀ ਤੌਰ ਤੇ ਡੈਮੇਜਡ ਬ੍ਰੇਨਸ ਨੇ, ਜਿਹੜੇ ਰਿਕਵਰ ਨਹੀਂ ਹੋ ਸਕਦੇ ਕਿਸੇ ਕਿਸਮ ਦੀ ਦਵਾਈ ਨਾਲ। ਦੇ ਸ਼ੁੱਡ ਪੁੱਟ ਬਿਹਾਈਂਡ ਦੀ ਬਾਰਸ ਐਂਡ ਟਿਲ ਡੈਥ। ਦੇਖੋ ਜਿਹੜੇ ਬਾਹਰਲੇ ਮੁਲਕਾਂ ਵਿੱਚ ਤੁਸੀਂ ਐਡ ਆਨ ਕਰਦੇ ਹੋ ਸਜ਼ਾਵਾਂ 20 ਸਾਲ ਹੋਰ, 50 ਸਾਲ ਹੋਰ, ਯਾਨੀ ਉਹ 200 ਸਾਲ ਲਈ ਜੇਲ੍ਹ 'ਚ ਹੈ। ਸੋ ਇਹ ਇਸੇ ਚੀਜ਼ ਤੋਂ ਹੀ ਬਣਾਈਆਂ ਗਈਆਂ ਕਿ ਇਹ ਮਾਨਸਿਕ ਰੋਗੀ ਠੀਕ ਨਾ ਹੋ ਸਕਣ ਵਾਲੇ ਨੇ। ਗਲਤੀ ਨਾ ਕਰੋ ਕਿ ਚੇਨ ਸਨੈਚਿੰਗ, ਲੁੱਟਾਂ ਖੋਹਾਂ ਕੀਤੀਆਂ, ਮਾਰ ਦਿੱਤਾ ਤਾਂ ਭਾਈ ਇਹ 17.5 ਸਾਲ ਦਾ ਛੱਡ ਦਿਓ, ਬਿਲਕੁਲ ਨਹੀਂ। ਉਹਨੂੰ ਬਿਹਾਈਂਡ ਦੀ ਬਾਰਸ ਰੱਖਣਾ ਉਮਰ ਭਰ, ਕਿਉਂਕਿ ਇਹ ਬੱਚਾ ਠੀਕ ਨਹੀਂ ਹੋ ਸਕਣ ਵਾਲਾ। ਸਾਡੇ ਕੋਲ ਨੇ ਜਿਹੜੀਆਂ ਜੁਵੇਨਾਈਲ ਜੇਲਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਜਾਣੇ ਬਗੈਰ ਭਾਈ ਤੁਸੀਂ 8, 9, 10 ਸਾਲ ਤੱਕ ਤਾਂ ਭਾਵੇਂ ਤੁਸੀਂ ਉਹਨੂੰ ਟ੍ਰੇਨ ਕਰ ਸਕੋ, ਪਰ ਜੇ ਬਿਯੋਂਡ 10 ਇਅਰਸ ਹੋ ਗਿਆ, ਇਹ ਹੁਣ ਨਹੀਂ ਜੇ ਠੀਕ ਹੋ ਸਕਣ ਵਾਲਾ, ਉਹਨੂੰ ਮੈਡੀਕਲ ਟ੍ਰੀਟਮੈਂਟ ਦਿਓ, ਜੋ ਅਸੀਂ ਦਿੰਦੇ ਨਹੀਂ, ਖੁੱਲਾ ਛੱਡ ਦਿੰਦੇ ਆ, ਬੇਲ ਦੇਤੀ ਬਾਹਰ ਜਾਓ। ਤਾਜ਼ੀ ਐਗਜ਼ਾਮਪਲ ਹੈ ਜੀ 5-7 ਸਾਲ ਪਹਿਲਾਂ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਨਿਊ ਦਿੱਲੀ ਦੇ ਵਿੱਚ ਇੱਕ ਬੱਸ ਦੇ ਵਿੱਚ ਜੋ ਕੁਝ ਹੋਇਆ ਸੀ ਇੱਕ ਬੱਚੀ ਨਾਲ, ਸਾਰਿਆਂ ਤੋਂ ਜ਼ਿਆਦਾ ਜਿਹੜਾ ਕਰੂਰ ਸੀਗਾ ਉਹ ਅੰਡਰ 18 ਸੀਗਾ, ਤੇ ਮੇਰਾ ਖਿਆਲ ਨਹੀਂ ਉਹ ਬਾਕੀ ਫਾਂਸੀ ਲੱਗ ਗਏ, ਸਜ਼ਾ ਪਾ ਗਏ, ਪਰ ਉਹ ਮੈਨੂੰ ਨਹੀਂ, ਬੱਚਾ ਹੁਣ ਤਾਂ ਸ਼ਾਇਦ ਉਹ 18 ਤੋਂ ਉੱਪਰ ਡੈਫੀਨੇਟਲੀ ਹੋ ਗਿਆ ਹੋਊਗਾ, ਤੇ ਕਿੱਥੇ ਹੈ ਕੀ ਨਹੀਂ, ਪਰ ਕਾਨੂੰਨ ਨੇ ਉਹਨੂੰ ਬਚਾਤਾ। ਔਰ ਸਾਰ ਤੋਂ ਬਾਅਦ ਜਿਹੜੀ ਉਹਨੇ ਕਰੂਰਤਾ ਕੀਤੀ ਸੀ ਉਹਨੇ ਕੀਤੀ ਸੀਗੀ। ਮਾਨਯੋਗ ਅਦਾਲਤਾਂ ਦਾ, ਮਾਨਯੋਗ ਜਿਹੜੇ ਮੈਜਿਸਟ੍ਰੇਟ ਹੈ, ਸਾਰਿਆਂ ਦਾ ਬਹੁਤ ਸਨਮਾਨ ਹੈ, ਪਰ ਕਿਤੇ ਨਾ ਕਿਤੇ ਆਪਾਂ ਨੂੰ ਉੱਥੇ ਸੋਧ ਕਰਨ ਦੀ ਵੀ ਲੋੜ ਹੈ। ਇਹ ਤੁਸੀਂ ਕਹਿ ਰਹੇ, ਮੈਂ ਦਰਸ਼ਕਾਂ ਨਾਲ ਕਲੀਅਰ ਕਰਾਂ ਜੀ ਡਾਕਟਰ ਸਾਹਿਬ। ਜੀ ਬਿਲਕੁਲ, ਕਿਉਂਕਿ ਇਹ ਚੀਜ਼ਾਂ ਦਾ ਗਿਆਨ ਨਹੀਂ ਹੈ, ਸਾਡੇ ਦੱਸਿਆ ਨਹੀਂ ਜਾਂਦਾ ਕਿ ਇਹ ਪਰਮਾਨੈਂਟ ਡੈਮੇਜਡ ਬ੍ਰੇਨਸ ਨੇ। ਇਹਨਾਂ ਨੂੰ ਅੰਡਰ ਟ੍ਰੀਟਮੈਂਟ ਤੇ ਬਿਹਾਈਂਡ ਦੀ ਬਾਰਸ, ਭਾਵੇਂ ਉਹ ਤੁਸੀਂ ਮੈਂਟਲ ਹਸਪੀਟਲਸ ਦੇ ਵਿੱਚ ਬੰਦ ਕਰਕੇ ਰੱਖੋ, ਜਾਂ ਜੇ ਤੁਹਾਨੂੰ ਲੱਗਦਾ ਵੀ ਕ੍ਰਾਈਮ ਅਜਿਹਾ ਜਿਵੇਂ ਹੁਣ ਤੁਸੀਂ ਦੱਸਿਆ ਵੀ ਉਹ ਬਾਹਰ ਫਿਰਦਾ ਪਿਆ, ਤੇ ਜਿਹੜਾ ਖੁੱਲਾ ਜਾਂ ਜਿਹਨੇ ਤੰਦੂਰ ਦੇ ਵਿੱਚ ਸਾੜ ਦਿੱਤੀ ਸੀ ਉਹ ਖੁੱਲਾ ਹੈ, ਹੁਣ ਆਜ਼ਾਦ ਹੈ। ਭਾਈ ਕਿਉਂ ਛੱਡਤਾ ਆਜ਼ਾਦ? ਜਿਹਦੀ ਟ੍ਰੀਟਮੈਂਟ ਨਹੀਂ ਕੀਤੀ ਗਈ, ਜੋ ਖੁੱਲਾ ਹੈ ਤੇ ਹੁਣ ਉਸੇ ਤਰ੍ਹਾਂ ਦੇ ਦਿਮਾਗ ਨਾਲ ਫਿਰ ਰਿਹਾ ਬਗੈਰ ਇਲਾਜ ਦੇ, ਉਹ ਅੱਗੋਂ ਕੀ ਕਰੇਗਾ? ਇਹੋ ਕੁਝ ਕਰੇਗਾ। ਇਹੀ ਕਾਰਨ ਹੈ ਕਿ ਅਸੀਂ ਸਮਾਜ ਦੇ ਵਿੱਚੋਂ ਮਾੜੇ ਅੰਸਰ ਜੋ ਕਿ ਦਿਨੋਂ ਦਿਨ ਵੱਧਦੇ ਜਾਂਦੇ ਨੇ, 70% ਹੋਣੀ ਸਮਝ ਸਕਦੇ ਹੋ ਕਿ ਸਾਡੇ ਕੋਲ ਇਸ ਵੇਲੇ ਜੇ ਹਰ ਅੰਦਾਜ਼ਾ ਵੀ ਲਾ ਲਈਏ ਤਾਂ 2/3 ਸਾਡੇ ਬੱਚੇ ਨੇ ਜਿਹੜੇ ਇਹੋ ਜਿਹੇ ਕੋਈ ਨਾ ਕੋਈ ਰੋਗ, ਮਾਨਸਿਕ ਰੋਗ ਲੈ ਕੇ ਬੈਠੇ ਨੇ, ਜਿਨ੍ਹਾਂ 'ਚ ਔਟਿਜ਼ਮ, ਤੁਸੀਂ ਮੇਰਾ ਖਿਆਲ ਹੈ ਸੁਣਨ ਵਾਲੇ ਹੀ ਆਪ ਦੇਖਣ ਕਿ ਕੀ ਇਹੋ ਜਿਹੀ ਬਿਮਾਰੀ ਨਾਲ ਬੱਚਾ ਤੁਹਾਡੇ ਗ੍ਰਸਤ ਹੈ, ਜਾਂ ਤੁਹਾਡਾ ਸਟਟਰਿੰਗ ਹੈ, ਬੋਲਣ ਦੀ ਲੇਟ ਬੋਲਿਆ, ਜਾਂ ਬੋਲ ਨਹੀਂ ਸਕ ਰਿਹਾ, ਜਾਂ ਡਰ ਰਿਹਾ, ਜਾਂ ਥੰਬ ਸਕਿੰਗ ਹੈਗੀ, ਇਹ ਚੀਜ਼ਾਂ ਚੱਲ ਰਹੀਆਂ, ਤਾਂ ਭਾਈ ਕਿਤੇ ਆਪਣੇ ਅੰਦਰ ਝਾਤ ਮਾਰੋ ਕਿ ਅਸੀਂ ਇਸ ਚੀਜ਼ ਲਈ ਜ਼ਿੰਮੇਵਾਰ ਤਾਂ ਨਹੀਂ, ਤਾਂ ਅਸੀਂ ਤਬਦੀਲ ਕਰੀਏ, ਮਾਹੌਲ ਘਰ ਦਾ ਚੰਗਾ ਬਣਾਈਏ, ਜਿਹਦੇ ਵਿੱਚ 3 ਚੀਜ਼ਾਂ ਬਹੁਤ ਜ਼ਰੂਰੀ ਨੇ। ਪਹਿਲਾ, ਦਿਨ ਵਿੱਚ 2 ਜਾਂ 3 ਵਾਰ ਬੱਚੇ ਨੂੰ ਘੁੱਟ ਕੇ ਜੱਫੀ ਪਾਣੀ, ਚੁੰਮਣਾ, ਉਹਨੂੰ ਕਹਿਣਾ ਮੈਂ ਹਾਂ ਨਾ, ਬਹੁਤ ਇੰਪੋਰਟੈਂਟ ਹੈ। ਸ਼ਾਇਦ ਲੱਗੇ ਵੈਸੇ ਹੀ, ਪਰ ਇਹ ਡਾਕਟਰੀ ਪੱਖੋਂ, ਮਨੋਵਿਗਿਆਨਕ ਪੱਖੋਂ ਬਹੁਤ ਜ਼ਰੂਰ ਹੈ। ਦੂਸਰੀ, ਕਦੇ ਵੀ ਰਾਤ ਦੇ ਖਾਣੇ ਸਮੇਂ ਤੁਸੀਂ ਨਾ ਅਲੱਗ ਬੈਠੋ, ਇੱਕ ਜੁਆਇੰਟ ਬੈਠਣਾ ਚਾਹੀਦਾ ਹੈ ਜਿੱਥੇ ਤੁਸੀਂ ਸਾਰੇ ਜਣੇ ਆਪੋ ਵਿੱਚ ਗੱਲ ਕਰ ਸਕੋ, ਉਹਨਾਂ ਨੂੰ, ਬੱਚਿਆਂ ਨੂੰ ਵੀ ਸਮਾਂ ਦਿਓ। ਤੀਸਰੀ ਚੀਜ਼,
ਬਹੁਤ ਜ਼ਰੂਰੀ ਹੈ ਜਦੋਂ ਬੱਚਾ ਕੋਈ ਤੁਹਾਨੂੰ ਐਡਰੈਸ ਕਰ ਰਿਹਾ ਗੱਲ, ਉਹਨੂੰ ਇਹ ਨਾ ਕਹੋ ਪਰੇ ਹੋ ਮੈਂ ਬਹੁਤ ਜ਼ਰੂਰੀ ਫੋਨ ਕਰ ਰਿਹਾ ਪਰੇ ਚਲਾ ਜਾ। ਇਹ ਸਭ ਹੂੰ ਤੋਂ ਡੈਂਜਰਸ ਸਿਚੁਏਸ਼ਨ ਹੁੰਦੀ ਹੈ ਜਿੱਥੇ ਤੁਸੀਂ ਇਮੀਡੀਏਟਲੀ ਆਪਣਾ ਫੋਨ ਪਰੇ ਕਰ ਦੇਣਾ ਹੁੰਦਾ, ਭਾਈ ਇਹ ਕੋਈ ਨਾ ਮੈਂ ਸੁਣ ਲਵਾਂਗਾ, ਪ੍ਰਾਈਮ ਮਿਨਿਸਟਰ ਵੀ ਹੈ ਤਾਂ 1 ਮਿੰਟ ਵੇਟ ਕਰ ਲਵੇ। ਹਾਂ ਬੱਚੇ ਤੂੰ ਦੱਸ, ਕਿਉਂਕਿ ਉਹ ਹੋ ਸਕਦਾ ਕਈ ਵਲਵਲੇ ਲੈ ਕੇ ਆਇਆ ਹੋਏ, ਉਸਨੂੰ ਕਿਸੇ ਨੇ ਮਾੜਾ ਕਿਹਾ ਹੋਏ, ਕੋਈ ਮਾੜੀ ਛੋਹ ਦੇ ਨਾਲ ਆਇਆ ਹੋਵੇ, ਕੋਈ ਗੁੰਝਲਾਂ ਮਨ ਵਿੱਚ ਲੈ ਕੇ ਬੈਠਾ ਹੈ। ਸੋ ਉਸ ਚੀਜ਼ ਨੂੰ ਪ੍ਰਾਇੋਰਿਟੀ ਸਾਨੂੰ ਦੇਣੀ ਪਏਗੀ, ਨਾ ਕਿ ਉਹਨੂੰ ਹਮੇਸ਼ਾ ਪਰਾਂ ਧੱਕਣਾ। ਇਹ ਬਹੁਤ ਬਹੁਤ ਇੰਪੋਰਟੈਂਟ ਹੈ। ਜੀ ਜੀ ਜੇ ਜੀ ਇਹ ਪ੍ਰੋਗਰਾਮ ਅੱਜ ਦਾ ਜੇ ਸੱਚੀ ਕਿਸੇ ਥਾਂ ਤੇ ਪਹੁੰਚ ਸਕਦਾ ਹੋਏ ਤਾਂ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਅਸੀਂ ਬੱਚੇ ਨੂੰ ਸਮਾਂ ਦੇਣਾ। ਉਹਦੀ ਜਦੋਂ ਉਹ ਕੋਈ ਕੁਐਸਚਨ ਲੈ ਕੇ ਆਇਆ ਉਹਨੂੰ ਪਰਾਂ ਨਹੀਂ ਧੱਕਣਾ। ਉਸ ਵੇਲੇ ਜੇ 2 ਮਿੰਟ ਉਹਨੂੰ ਗੋਦ ਵਿੱਚ ਬਿਠਾ ਲਓ ਜਾਂ ਕੋਲ ਬਿਠਾਓ ਜਾਂ ਪਿਆਰ ਨਾਲ ਪਿੱਠ ਤੇ ਹੱਥ ਰੱਖ ਲਓ, ਉਹਦੀ ਗੱਲ ਸੁਣ ਲਓ, ਤਾਂ ਤੁਸੀਂ 90% ਉਹਦਾ ਸਟ੍ਰੈਸ ਉਦੋਂ ਹੀ ਖਤਮ ਕਰ ਸਕੋਗੇ ਜੀ ਤੇ ਇਹ ਬੱਚਾ ਵਾਕਈ ਮਾਨਸਿਕ ਪੱਖੋਂ ਬਹੁਤ ਵਧੀਆ ਡਿਵੈਲਪ ਹੋਏਗਾ। ਜੀ ਡਾਕਟਰ ਸਾਹਿਬ, ਆਪਾਂ ਝਾਤ ਮਾਰੀ ਵੀ ਕਾਰਨ ਕੀ ਹੈ ਡੋਮੈਸਟਿਕ ਵਾਇਲੈਂਸ ਦੇ। ਹਾਲਾਂਕਿ ਜਿਹੜੀ ਡੋਮੈਸਟਿਕ ਵਾਇਲੈਂਸ ਅਗੇਂਸਟ ਲੇਡੀਜ਼ ਹੈ ਉੱਤੇ ਆਪਾਂ ਪੂਰਾ ਪ੍ਰੋਗਰਾਮ ਲਾਵਾਂਗੇ। ਉਹਦੇ ਵਿੱਚ ਮਾਨਸਿਕਤਾ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ, ਜਿਹੜੀ ਮੈਨੇ ਬਹੁਤ ਘੱਟ ਪਰਸੈਂਟੇਜ ਹੈ, ਡੈਫੀਨੇਟਲੀ ਆਪਾਂ ਕਵਰ ਕਰ ਲਾਂਗੇ ਉਸੇ ਸੈਸ਼ਨ 'ਚ। ਬਟ ਡੋਮੈਸਟਿਕ ਵਾਇਲੈਂਸ ਅਗੇਂਸਟ ਵੂਮੈਨ ਆਪਾਂ ਪੂਰਾ ਸੈਸ਼ਨ ਲਾਵਾਂਗੇ ਉਹਦੀ ਮਾਨਸਿਕਤਾ ਬਾਰੇ। ਅੱਜ ਤੁਸੀਂ ਬੱਚਿਆਂ ਤੇ ਹੋਣ ਵਾਲੇ ਅਸਰ ਤੇ ਗਾ ਉਹਨਾਂ ਦਾ ਤੇ ਉਹਦਾ ਇਲਾਜ ਵੀ ਦੱਸਿਆ। ਵਕਤ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਸ਼ਾਇਦ ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਵੀ ਕਰ ਸਕਦੇ ਸੀ ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਬਹੁਤ ਸੋਹਣਾ ਐਲੈਬੋਰੇਟ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ ਡਾਕਟਰ ਸਾਹਿਬ, ਧੰਨਵਾਦ। ਤਸ਼ਖੀਸਨ ਡਾਕਟਰ ਹਰਸ਼ਿੰਦਰ ਕੌਰ, ਬਹੁਤ ਹੀ ਸੋਹਣਾ ਐਲੈਬੋਰੇਟ ਕੀਤਾ ਕਿ ਘਰ 'ਚ ਜਿਹੜੀ ਡੋਮੈਸਟਿਕ ਵਾਇਲੈਂਸ ਹੁੰਦੀ ਉਹਦਾ ਬੱਚਿਆਂ ਤੇ ਕੀ ਅਸਰ ਪੈਂਦਾ ਤੇ ਉਹ ਕਿੱਦਾਂ ਦੇ ਬਣਦੇ ਨੇ ਤੇ ਉਹਦਾ ਇਲਾਜ ਕੀ ਹੈ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਹੋਰ ਗੱਲਾਂ ਸੀਗੀਆਂ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਆਪਣਾ ਪੂਰਾ ਖਿਆਲ ਰੱਖਣਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।